ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਦੀ ਕਥਾ ਹੋਣੀ। 6 ਬੰਦ ਕੱਲ ਹੋ ਚੁੱਕੇ ਸਨ ਦੀ ਕਥਾ। ਹੁਣ 7ਵੇਂ ਬੰਦ ਤੋਂ ਕਥਾ ਸ਼ੁਰੂ ਹੋਣੀ ਹੈ 23ਵੀਂ ਅਸ਼ਟਪਦੀ ਦੀ। पहली पंक्ति है, इसते होए सो नाही बुरा, ओरै कहो किने कछु करा। इसते होए सो नाही बुरा। परमात्मा तो जो भी हुंदा है वो बुरा नहीं हुंदा। साडे तो तक कदे चंगे काम हो गए कदे मंदे हो गए, पर परमात्मा तो जो हुंदा है वो बुरा नहीं हुंदा, चंगा ही हुंदा। ਤਾਂ ਹੀ ਕਹਿੰਦੇ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਹੈ। ਬੁਰਾ ਉਹੀ ਬੰਦਾ ਕਰਦਾ ਹੈ ਜਿਹਦੇ ਅੰਦਰ ਬੁਰਾਈ ਹੁੰਦੀ ਹੈ। ਜਿਸ ਦੇ ਅੰਦਰ ਬੁਰਾਈ ਹੀ ਨਹੀਂ ਹੈ ਉਹ ਕਿਸ ਦਾ ਬੁਰਾ ਕਰਮ ਬਾਰੇ ਸੋਚ ਵੀ ਨਹੀਂ ਸਕਦਾ। ਅਸਲ ਸਾਡੇ ਅੰਦਰ ਚੰਗਿਆਈ ਹੈ ਅਤੇ ਬੁਰਾਈ ਹੈ। ਜਦੋਂ ਚੰਗਿਆਈ ਅੱਗੇ ਆ ਜਾਂਦੀ ਅਸੀਂ ਚੰਗੇ ਕੰਮ ਕਰਦੇ ਹਾਂ, ਜਦੋਂ ਬੁਰਾਈ ਅੱਗੇ ਆ ਜਾਂਦੀ ਫਿਰ ਅਸੀਂ ਬੁਰੇ ਕੰਮ ਕਰਦੇ ਹਾਂ, ਕਿਉਂਕਿ ਅਸੀਂ ਮਨ ਦੇ ਪਿੱਛੇ ਲੱਗਦੇ ਹਾਂ। ਜਿਹੜੇ ਗੁਰੂ ਦੇ ਮਗਰ ਲੱਗਦੇ ਨੇ, ਗੁਰੂ ਦੇ ਆਖੇ ਲੱਗਦੇ ਨੇ, ਉਹ ਬੁਰਾ ਕਿਸੇ ਦਾ ਕਰਦੇ ਹੀ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਗਿਆਨ ਹੁੰਦਾ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਵੇ। ਜੇ ਅੱਜ ਆਪਾਂ ਕਿਸੇ ਦਾ ਬੁਰਾ ਕਰਦੇ ਹਾਂ, ਸਮਾਂ ਪੈਣ 'ਤੇ ਉਹ ਸਾਡਾ ਬੁਰਾ ਕਰੇਗਾ। ਇਹ ਸਿਸਟਮ ਚੱਲਦਾ ਰਹਿੰਦਾ ਹੈ, ਕਿਉਂ ਕਰਮ ਭੋਗਣ ਲਈ ਫਿਰ ਬੰਦਾ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਸੰਸਾਰ ਤੋਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਤੋਂ ਜੋ ਵੀ ਹੁੰਦਾ ਉਹ ਬੁਰਾ ਨਹੀਂ ਹੁੰਦਾ। ਹੋਰ ਹੈ ਕਹੋ ਕਿੰਨੇ ਕਛੂ ਕਰ, ਉਸ ਤੋਂ ਬਿਨਾਂ ਹੋਰ ਹੈ। ਉਸ ਤੋਂ ਬਿਨਾਂ ਦੱਸੋ ਕਿਸੇ ਹੋਰ ਨੇ ਕੁਝ ਕੀਤਾ, ਕਿਉਂਕਿ ਪਰਮਾਤਮਾ ਸਮਰੱਥ ਹੈ। ਜੋ ਕੁਝ ਉਹ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ। ਉਸ ਤੋਂ ਬਿਨਾਂ ਦੱਸੋ ਕਿਸੇ ਨੇ ਕੁਛ ਕੀਤਾ, ਭਾਵ ਹੋਰ ਕੋਈ ਨਹੀਂ ਕਰ ਸਕਦਾ। ਆਪ ਭਲਾ ਕਰਤੂਤ ਅਤ ਨੀਕੀ। ਪਰਮਾਤਮਾ ਆਪ ਵੀ ਭਲਾ ਹੈ, ਕਰਤੂਤ ਅਤ ਨੀਕੀ। ਉਹ ਜਿਹੜੇ ਕਰਮ ਨੇ ਉਹ ਵੀ ਅਤੀ ਚੰਗੇ ਨੇ। ਨੀਕੀ ਵਧੀਆ, ਸੁੰਦਰ, ਕਰਤੂਤ ਕਰਨੀ। ਇੱਕ ਕਰਤੂਤ ਜਦੋਂ ਬਾਣੀ 'ਚ ਸ਼ਬਦ ਆਇਆ ਸੀ ਇਹ ਗੁੱਡ ਸੈਂਸ 'ਚ ਸੀ, ਚੰਗੀ ਭਾਵਨਾ 'ਚ ਸੀ। ਅੱਜ ਕੱਲ੍ਹ ਕਰਤੂਤ ਮੰਦੀ ਭਾਵਨਾ ਨਾਲ ਵਾਲਾ ਸ਼ਬਦ ਹੋ ਗਿਆ। ਮੈਂ ਜਾਣਦਾ ਤੇਰੀਆਂ ਕਰਤੂਤਾਂ, ਆਪਾਂ ਕਹਿੰਦੇ ਭਾਵ ਮੈਂ ਤੇਰੇ ਭੈੜੇ ਕੰਮਾਂ ਨੂੰ ਜਾਣਦਾ ਹਾਂ। ਪਰ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਗਿਆ ਉਦੋਂ ਕਰਤੂਤ ਸ਼ੁਭ ਕਰਮ ਨੂੰ ਕਹਿੰਦਾ ਸੀ। ਪਰਮਾਤਮਾ ਆਪ ਵੀ ਭਲਾ ਅਤੇ ਉਹਦੀ ਜਿਹੜੀ ਕਰਨੀ ਹੈ ਉਹ ਵੀ ਅਤ ਨੀਕੀ, ਅਤੀ ਵਧੀਆ। ਆਪੇ ਜਾਣੈ ਆਪਣੇ ਜੀ ਕੀ। ਪਰਮਾਤਮਾ ਦੇ ਮਨ 'ਚ ਕੀ ਹੈ ਇਹ ਉਹੀ ਜਾਣਦਾ ਹੈ। ਅਸੀਂ ਨਹੀਂ ਜਾਣ ਸਕਦੇ ਕਿ ਪਰਮਾਤਮਾ ਦੇ ਮਨ 'ਚ ਕੀ ਹੈ। ਉਹ ਆਪਣੇ ਜੀ ਦੀ, ਆਪਣੇ ਮਨ ਦੀ ਆਪ ਹੀ ਜਾਣਦਾ ਹੈ। ਆਪ ਸਾਚ ਧਾਰੀ ਸਭ ਸਾਚ। ਪਰਮਾਤਮਾ ਆਪ ਸੱਚ ਹੈ, ਸਦਾ ਰਹਿਣ ਵਾਲਾ ਹੈ। ਧਾਰੀ ਸਭ ਸਾਚ, ਅਤੇ ਜੋ ਵੀ ਉਸਨੇ ਬਣਾਇਆ ਹੈ ਉਹ ਵੀ ਸੱਚ ਹੈ, ਕਿਉਂਕਿ ਸੱਚ ਸੱਚ ਹੀ ਬਣਾਏਗਾ। ਜਿੱਥੇ ਸੱਚ ਹੈ ਉੱਥੇ ਝੂਠ ਨਹੀਂ ਹੁੰਦਾ, ਜਿੱਥੇ ਸੱਚ ਹੈ ਉੱਥੇ ਕੂੜ ਨਹੀਂ ਹੁੰਦਾ। ਉਹ ਆਪ ਸੱਚ ਹੈ, ਧਾਰੀ ਸਭ ਸਾਚ। ਉਹਨੇ ਜੋ ਬਣਾਇਆ ਹੈ ਉਹ ਵੀ ਸੱਚ ਹੈ। ਓਤ ਪੋਤ ਆਪਣ ਸੰਗ ਰਾਜ। ਹੁਣ ਜੋ ਉਸਨੇ ਬਣਾਇਆ ਹੈ ਉਹਦੇ ਹੀ ਹੈ ਨਾ। ਜੋ ਉਸਨੇ ਬਣਾਇਆ ਉਸ ਦੇ
ਜਿਵੇਂ ਤੁਸੀਂ ਬੱਚੇ ਪੈਦਾ ਕੀਤੇ ਨੇ ਤਾਂ ਬੱਚੇ ਤੁਹਾਡੇ ਹੀ ਨੇ ਨਾ। ਓਤ ਪੁੱਤ ਨੇ ਪੂਰੀ ਤਰ੍ਹਾਂ, ਓਤ ਪੋਤ ਆਪਣ ਸੰਗ ਰਾਜ। ਇਸ ਲਈ ਜੋ ਵੀ ਉਸਨੇ ਬਣਾਇਆ ਹੋਇਆ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ, ਰਚਿਆ ਮਿਚਿਆ ਹੈ। ਸੰਗ ਰਾਜ ਉਹਨਾਂ ਦੇ ਨਾਲ ਰਚਿਆ ਮਿਚਿਆ ਹੈ, ਭਾਵ ਉਹਨਾਂ ਤੋਂ ਅਲੱਗ ਨਹੀਂ ਹੈ। ਤਾਂ ਕਿ ਗਤ ਮਿਤ ਕਹੀ ਨਾ ਜਾਏ। ਗਤ ਹੁੰਦੀ ਹੈ ਆਤਮਿਕ ਅਵਸਥਾ, ਜਿਹਨੂੰ ਗਤੀ ਕਹਿੰਦੇ। ਮਿਤ ਹੁੰਦੀ ਹੈ ਸਮਰੱਥਾ। ਉਹਦੀ ਗਤੀ ਅਤੇ ਉਹਦੀ ਮਿਤ ਨੂੰ ਦੱਸਿਆ ਨਹੀਂ ਜਾ ਸਕਦਾ। ਉਹਦੀ ਆਤਮਿਕ ਅਵਸਥਾ ਨੂੰ, ਉਹਦੀ ਸਮਰੱਥਾ ਨੂੰ ਦੱਸਿਆ ਨਹੀਂ ਜਾ ਸਕਦਾ ਵੀ ਕਿੰਨੀ ਉੱਚੀ ਉਹਦੀ ਅਵਸਥਾ ਹੈ, ਕਿੰਨੀ ਉਹਦੀ ਸਮਰੱਥਾ ਹੈ। ਮਿਤ ਮਰਿਆਦਾ ਨੂੰ ਵੀ ਕਹਿੰਦੇ ਨੇ, ਮਿਤ ਲਿਮਟ ਨੂੰ ਵੀ ਕਹਿੰਦੇ ਨੇ, ਹੱਦ। ਔਰ ਕਹਿੰਦੇ ਅਮਿਤ ਵਡਿਆਈ, ਹੱਦ ਤੋਂ ਵੱਧ। ਮਿਤ ਹੱਦ ਵੀ ਹੁੰਦਾ। ਇੱਥੇ ਭਾਵ ਹੈ ਸਮਰੱਥਾ, ਉਹਦੀ ਆਤਮਿਕ ਅਵਸਥਾ ਅਤੇ ਉਸ ਦੀ ਸਮਰੱਥਾ ਨੂੰ ਦੱਸਿਆ ਨਹੀਂ ਜਾ ਸਕਦਾ। ਦੂਸਰ ਹੋਏ ਤਾਂ ਸੋਝੀ ਪਾਏ। ਜੇ ਕੋਈ ਦੂਜਾ ਪਰਮਾਤਮਾ ਵਰਗਾ ਹੋਵੇ ਤਾਂ ਤੇ ਸਾਨੂੰ ਸੋਝੀ ਦੇ ਸਕਦਾ, ਫਿਰ ਤਾਂ ਪਰਮਾਤਮਾ ਬਾਰੇ ਸਾਨੂੰ ਦੱਸ ਸਕਦਾ। ਦੂਜਾ ਕੋਈ ਉਹਦੇ ਵਰਗਾ ਹੈ ਹੀ ਨਹੀਂ, ਇਸ ਲਈ ਹੋਰ ਕੋਈ ਸਾਨੂੰ ਸੋਝੀ ਦੇ ਹੀ ਨਹੀਂ ਸਕਦਾ। ਤਿਸਕਾ ਕੀਆ ਸਭ ਪ੍ਰਵਾਨ। ਜੋ ਵੀ ਪਰਮਾਤਮਾ ਨੇ ਕੀਤਾ ਹੈ ਉਹ ਹਰ ਇੱਕ ਨੂੰ ਪ੍ਰਵਾਨ ਕਰਨਾ ਪੈਂਦਾ। ਸਾਡੀ ਆਪਣੀ ਮਰਜ਼ੀ ਨਹੀਂ ਚੱਲੇਗੀ, ਪਰਮਾਤਮਾ ਦੀ ਮਰਜ਼ੀ ਚੱਲੇਗੀ। ਉਸਦੇ ਕੀਤੇ ਨੂੰ ਹਰ ਇੱਕ ਨੂੰ ਪ੍ਰਵਾਨ ਕਰਨਾ ਪੈਂਦਾ। ਕਿਉਂ? ਹੋਰ ਕੋਈ ਚਾਰਾ ਹੀ ਨਹੀਂ ਹੈਗਾ। ਗੁਰ ਪ੍ਰਸਾਦ ਨਾਨਕ ਇਹ ਜਾਣ। ਕਈ ਇਸ ਨੂੰ ਪੜ੍ਹਦੇ ਗੁਰ ਪ੍ਰਸਾਦ ਨਾਨਕ ਇਹੋ ਜਾਣ। ਇਹ ਧਿਆਨ ਦੇਣਾ, ਇਹ ਹਾਹੇ ਨੂੰ ਔਂਕੜ ਦਾ ਇਸ ਲਈ ਲਾਇਆ ਹੋਇਆ ਕਿ ਜਿਹੜਾ ਇਹ ਸ਼ਬਦ ਹੈ ਇਹ ਇੱਕ ਵਚਨ ਹੈ। ਜਦੋਂ ਹਾਹੇ ਨੂੰ ਔਂਕੜ ਲੱਗ ਜਾਂਦਾ ਹੈ ਉਹ ਫਿਰ ਇੱਕ ਵਚਨ ਹੋ ਜਾਂਦਾ ਅਤੇ ਪੁਲਿੰਗ ਹੋ ਜਾਂਦਾ ਹੈ। ਇਹ ਔਂਕੜ ਇਸ ਲਈ ਲਾਇਆ, ਬੋਲਣ ਲਈ ਨਹੀਂ ਲਾਇਆ। ਜਿਵੇਂ ਗੁਰ ਪ੍ਰਸਾਦ ਦੱਦੇ ਨੂੰ ਸਿਹਾਰੀ ਲੱਗੀ ਹੈ, ਇਹ ਬੋਲਣ ਲਈ ਨਹੀਂ। ਇਹਨੂੰ ਗੁਰ ਪ੍ਰਸਾਦੀ ਨਹੀਂ ਅਸੀਂ ਪੜ੍ਹ ਸਕਦੇ। ਦੱਦੇ ਨੂੰ ਸਿਹਾਰੀ ਅਰਥ ਦੱਸਣ ਲਈ ਹੈ, ਬੋਲਣ ਲਈ ਨਹੀਂ। ਗੁਰ ਪ੍ਰਸਾਦ ਦੱਦੇ ਨੂੰ ਸਿਹਾਰੀ ਇਸ ਲਈ ਗੁਰੂ ਦੀ ਕਿਰਪਾ ਨਾਲ। ਪ੍ਰਸਾਦ ਹੁੰਦੀ ਹੈ ਕਿਰਪਾ। ਜੇ ਦੱਦੇ ਨੂੰ ਸਿਹਾਰੀ ਨਾ ਹੁੰਦੀ ਫਿਰ ਪੜ੍ਹਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਹੁਣ ਦੱਦੇ ਨੂੰ ਸਿਹਾਰੀ ਲੱਗ ਗਈ, ਬੋਲੀ ਨਹੀਂ ਜਾਂਦੀ, ਪਰ ਅਰਥ ਹੋ ਗਿਆ ਗੁਰੂ ਦੀ ਕਿਰਪਾ ਨਾਲ। ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਹੈ ਇਹੋ ਨਹੀਂ ਪੜ੍ਹਨਾ, ਇਹ ਹੈ ਇਹ। ਹਾਹਾ ਨੂੰ ਔਂਕੜ ਪੜ੍ਹਨ ਲਈ ਨਹੀਂ ਹੈ, ਅਰਥ ਦੱਸਣ ਲਈ ਕਿ ਜਿਹੜਾ ਇਹ ਸ਼ਬਦ ਹੈ ਇਹ ਪੁਲਿੰਗ ਹੈ ਅਤੇ ਇੱਕ ਵਚਨ ਹੈ। ਸੋ ਗੁਰੂ ਦੀ ਕਿਰਪਾ ਨਾਲ ਹੀ ਇਹ ਜਾਣਿਆ ਜਾ ਸਕਦਾ ਹੈ। ਅਸੀਂ ਪਰਮਾਤਮਾ ਨੂੰ ਆਪਣੀ ਅਕਲ ਨਾਲ ਨਹੀਂ ਜਾਣ ਸਕਦੇ। ਪਰਮਾਤਮਾ ਨੂੰ ਜੇ ਜਾਣਨਾ ਹੈ ਤਾਂ ਫਿਰ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ। ਸੋ ਇਸੇ ਲਈ ਗੁਰੂ ਨੂੰ ਧਾਰਨ ਕਰਨਾ ਜ਼ਰੂਰੀ ਹੁੰਦਾ ਹੈ। ਗੁਰੂ ਮਹਾਰਾਜ ਸਿੱਖ ਅਤੇ ਪਰਮਾਤਮਾ ਵਿਚਾਲੇ ਵਿਚੋਲੇ ਹੁੰਦੇ ਨੇ, ਵਿਚੋਲੇ ਹੁੰਦੇ। ਜਿਵੇਂ ਟੀਚਰ ਹੈ, ਵਿਦਿਆਰਥੀ ਅਤੇ ਪ੍ਰਿੰਸੀਪਲ ਦੇ ਵਿਚਾਲੇ ਵਿਚੋਲਾ ਹੁੰਦਾ। ਵਿਦਿਆਰਥੀ ਅਰਜ਼ੀ ਦਿੰਦਾ ਵੀ ਮੈਨੂੰ ਜੀ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ। ਟੀਚਰ ਸਿੱਧੀ ਨਹੀਂ ਛੁੱਟੀ ਦਿੰਦਾ, ਉੱਤੇ ਲਿਖਦੇ ਸਿਫਾਰਿਸ਼ ਕੀਤੀ ਜਾਂਦੀ ਹੈ। ਪਹਿਲਾਂ ਲਿਖਦੇ ਰਿਕਮੈਂਡਡ। ਅੱਜ ਕੱਲ੍ਹ ਜੇ ਪੰਜਾਬੀ ਚੱਲ ਪਈ, ਸਿਫਾਰਿਸ਼ ਹੋਈ ਤਾਂ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਰਿਕਮੈਂਡ ਕਰਨਾ। ਟੀਚਰ ਦਾ ਸਿਫਾਰਿਸ਼ ਕੀਤੀ ਜਾਂਦੀ ਹੈ
ਹੁਣ ਟੀਚਰ ਵਿਦਿਆਰਥੀ ਤੇ ਪ੍ਰਿੰਸੀਪਲ ਦੇ ਵਿਚਾਲੇ ਵਿਚੋਲਾ ਹੈ। ਫਿਰ ਵਿਚੋਲੇ ਨੂੰ ਪ੍ਰਿੰਸੀਪਲ ਨਾ ਨਹੀਂ ਕਰਦਾ, ਉਹ ਲਿਖਦਾ ਅਲਾਊਡ, ਆਗਿਆ ਦਿੱਤੀ ਜਾਂਦੀ ਹੈ। ਬੱਚੇ ਨੇ ਬੇਨਤੀ ਕੀਤੀ, ਟੀਚਰ ਨੇ ਸਿਫਾਰਿਸ਼ ਕਰਤੀ ਤੇ ਪ੍ਰਿੰਸੀਪਲ ਨੇ ਆਗਿਆ ਦਿੱਤੀ। ਇਸ ਤਰ੍ਹਾਂ ਸਿੱਖ ਨੇ ਜੇ ਪਰਮਾਤਮਾ ਨੂੰ ਮਿਲਣਾ ਤਾਂ ਉਹਨੂੰ ਮਿਲਣ ਲਈ ਗੁਰੂ ਵਿਚੋਲਾ ਹੈ। ਗੁਰੂ ਵਿਚੋਲਗੀ ਕਰਦੇ ਨੇ। ਗੁਰੂ ਮਹਾਰਾਜ ਸਿੱਖ ਦੀ ਸਿਫਾਰਿਸ਼ ਕਰ ਦਿੰਦੇ ਨੇ, ਪਰਮਾਤਮਾ ਮੰਨ ਲੈਂਦਾ। ਕਿਉਂ? ਪਰਮਾਤਮਾ ਕਹਿੰਦਾ ਜਿਹੜਾ ਮੇਰਾ ਭਗਤ ਹੈ ਨਾ, ਜੋ ਕਹੂਗਾ ਮੈਂ ਮੰਨ ਲਾਂਗਾ। ਮੈਂ ਜੋ ਕਹਿਣਾ ਜਾਂ ਕਰਦਾ ਹਾਂ ਇਹ ਭਗਤ ਦੀ ਮਰਜ਼ੀ ਹੈ, ਮੰਨੇ ਨਾ ਮੰਨੇ, ਪਰ ਭਗਤ ਜੋ ਕਰੇਗਾ ਮੈਂ ਉਹਨੂੰ ਜ਼ਰੂਰ ਮੰਨਾਂਗਾ। ਵੈਸੇ ਤਾਂ ਭਗਤ ਤੇ ਮੰਨਦਾ ਹੀ ਮੰਨਦਾ ਗੁਰੂ ਦੀ ਗੱਲ, ਪਰਮਾਤਮਾ ਦੀ ਗੱਲ, ਪਰ ਕਈ ਵਾਰੀ ਪਰਮਾਤਮਾ ਨੇ ਸਾਡੇ ਕਰਮ ਵੇਖ ਕੇ ਸਾਡੀ ਕਿਸਮਤ ਲਿਖ ਦਿੱਤੀ ਹੁੰਦੀ ਹੈ। ਹੁਣ ਆਮ ਕਹਾਵਤ ਹੈ, ਲਿਖੇ ਜੋ ਲੇਖ ਮੱਥੇ ਦੇ ਮਿਟਾਇਆ ਨਹੀਂ ਮਿਟਦੇ। ਪਰ ਜੇ ਮਿਟਣੀ ਨਾ, ਫਿਰ ਬਾਣੀ ਪੜ੍ਹਨ ਦੀ, ਨਾਮ ਜਪਣ ਦੀ, ਗੁਰਦੁਆਰੇ 'ਚ ਆਉਣ ਦੀ ਲੋੜ ਹੀ ਕੋਈ ਨਹੀਂ। ਵੀ ਜੋ ਕਿਸੇ ਨੂੰ ਲਿਖਿਆ ਮਿਟਣੀ ਨਹੀਂ, ਉਹ ਚੇਂਜ ਹੀ ਨਹੀਂ ਹੋਣਾ, ਉਹ ਬਦਲਣਾ ਹੀ ਨਹੀਂ, ਅਤੇ ਫਿਰ ਗੁਰਦੁਆਰੇ ਜਾਣ ਦਾ ਕਿਆ ਫਾਇਦਾ ਹੋਵੇ। ਗੁਰਦੁਆਰੇ ਸਾਧੂ ਕੋਲੇ, ਗੁਰੂ ਕੋਲੇ ਆਪਾਂ ਇਸ ਲਈ ਜਾਂਦੇ ਹਾਂ ਕਿ ਆਪਾਂ ਨੂੰ ਇੰਨਾ ਗਿਆਨ ਹੈ, ਸੁਣ ਕੇ ਹੋ ਗਿਆ ਮਹਾਂਪੁਰਖਾਂ ਤੋਂ ਬਾਣੀ ਪੜ੍ਹ ਕੇ, ਕਿ ਪਰਮਾਤਮਾ ਸਾਡੀ ਕਿਸਮਤ ਲਿਖਦਾ ਹੈ। ਉਹਨੂੰ ਕਹਿੰਦੇ ਕਰਮ ਵਿਧਾਤਾ, ਸਾਡੇ ਕਰਮਾਂ ਦਾ ਫਲ ਦੇਣ ਵਾਲਾ। ਪਰਮਾਤਮਾ ਸਾਡੇ ਪਿਛਲੇ ਜਨਮਾਂ ਦੇ ਕਰਮਾਂ ਨੂੰ ਵੇਖ ਕੇ ਸਾਡੀ ਕਿਸਮਤ ਲਿਖ ਦਿੰਦਾ ਹੈ। ਉਹ ਕਹਿੰਦਾ ਭਾਈ ਜੇ ਤੁਸੀਂ ਮੇਰੀ ਲਿਖਤ ਨਾਲ ਸੰਤੁਸ਼ਟ ਨਹੀਂ ਹੋ ਤਾਂ ਮੈਂ ਸੰਸਾਰ 'ਤੇ ਗੁਰੂ ਅਤੇ ਸਾਧੂ ਭੇਜ ਰਿਹਾ ਹਾਂ। ਉਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ, ਤੁਸੀਂ ਉਹਨਾਂ ਕੋਲੇ ਜਾਓ, ਤੁਸੀਂ ਉਹਨਾਂ ਕੋਲੇ ਜਾਓ। ਇਹਦਾ ਮਤਲਬ ਹੈ ਕਿ ਅਗਰ ਅਸੀਂ ਆਪਣੀ ਕਿਸਮਤ ਨੂੰ ਬਦਲਣਾ ਚਾਹੀਏ, ਉਹ ਬਦਲ ਸਕਦੀ ਹੈ। ਹੁਣ ਸਾਡਾ ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਸਾਡਾ ਗੁਰੂ ਬਾਣੀ ਹੈ। ਇਸ ਲਈ ਅਗਰ ਅਸੀਂ ਆਪਣੀ ਕਿਸਮਤ ਬਦਲਣੀ ਹੈ ਤਾਂ ਬਾਣੀ ਪੜ੍ਹ ਕੇ, ਨਾਮ ਜਪ ਕੇ ਆਪਣੀ ਕਿਸਮਤ ਅਸੀਂ ਬਦਲ ਸਕਦੇ ਹਾਂ। ਜੇ ਕਿਸਮਤ ਬਦਲਦੀ ਹੀ ਨਾ ਹੁੰਦੀ ਤਾਂ ਫਿਰ ਨਾ ਬਾਣੀ ਪੜ੍ਹਨ ਦਾ ਕੋਈ ਫਾਇਦਾ ਸੀ ਤੇ ਨਾ ਕੋਈ ਨਾਮ ਜਪਣ ਦਾ ਫਾਇਦਾ ਸੀ। ਇਸ ਲਈ ਬਾਣੀ ਪੜ੍ਹਿਆ ਕਰੋ, ਨਾਮ ਜਪੋ। ਠੀਕ ਹੈ, ਪਿਛਲੇ ਜਨਮ 'ਚ ਮਾੜੇ ਸਾਡੇ ਤੋਂ ਕੰਮ ਹੋ ਗਏ, ਪਰਮਾਤਮਾ ਨੇ ਸਾਡੀ ਮਾੜੀ ਕਿਸਮਤ ਲਿਖਤੀ। ਹੁਣ ਅਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ, ਅਸੀਂ ਉਹਨੂੰ ਬਦਲਣਾ ਚਾਹੁੰਦੇ ਹਾਂ, ਤਾਂ ਉਹਦਾ ਇੱਕੋ ਇੱਕ ਹੀ ਢੰਗ, ਸੰਸਾਰਿਕ ਕਿਸੇ ਵੀ ਯਤਨ ਨਾਲ ਤੁਹਾਡੀ ਕਿਸਮਤ ਨਹੀਂ ਬਦਲਣੀ। ਥਾਵਾਂ ਬਦਲਣਾ ਕਿਸਮਤ ਨਹੀਂ ਬਦਲਿਆ ਕਰਦੀ। ਥਾਵਾਂ 'ਤੇ ਅਸੀਂ ਇਸ ਲਈ ਬਦਲਦੇ ਹਾਂ ਕਿ ਸਾਡਾ ਦਾਣਾ ਪਾਣੀ ਉੱਥੋਂ ਦਾ ਲਿਖਿਆ ਹੁੰਦਾ। ਸਾਡਾ ਦਾਣਾ ਪਾਣੀ ਉੱਥੋਂ ਦਾ ਲਿਖਿਆ ਹੁੰਦਾ ਹੈ, ਇਸ ਲਈ ਅਸੀਂ ਉਸ ਥਾਂ 'ਤੇ ਜਾਂਦੇ ਹਾਂ। ਜਿਵੇਂ ਇੱਕ ਮਜ਼ਦੂਰ ਨੂੰ ਪਟਿਆਲੇ ਤੋਂ 32 ਕਿਲੋਮੀਟਰ ਲੈ ਕੇ ਗਿਆ, ਉੱਥੇ 7-8 ਦਿਨ ਲਈ ਉਹਨੂੰ ਛੱਡ ਕੇ ਆਇਆ। ਉਹਨੇ ਉੱਥੇ ਦਾ ਦਾਣਾ ਪਾਣੀ ਘਰ ਦਾ ਖਾਧਾ, ਕੰਮ ਕਰਦਾ ਰਿਹਾ। ਉਹਦਾ ਦਾਣਾ ਪਾਣੀ ਲਿਖਿਆ ਸੀ, ਮਜ਼ਦੂਰਾਂ ਦੀ ਕਮੀ ਹੋਣੀ ਸੀ, ਉਸ ਨੂੰ ਲਿਜਾਣਾ ਪੈ ਗਿਆ, ਉਹ ਵਿਧ ਬਣ ਗਈ। ਬਾਕੀ ਜਿਹੜੀ ਕਿਸਮਤ ਹੈ ਇਹ ਥਾਵਾਂ ਬਦਲਣ ਨਾਲ ਨਹੀਂ ਬਦਲਦੀ, ਇਹ ਤਾਂ ਬਾਣੀ ਪੜ੍ਹਨ ਅਤੇ ਨਾਮ ਜਪਣ ਨਾਲ ਬਦਲਦੀ। ਸਾਡਾ ਕੰਮ ਹੈ ਯਤਨ ਕਰਨਾ, ਵਿਧ ਬਣਾਉਣਾ ਪਰਮਾਤਮਾ ਦਾ ਕੰਮ ਹੈ। ਵਿਧ ਉਹ ਬਣਾਉਂਦਾ ਹੈ, ਸਬੱਬ ਉਹ ਬਣਾਉਂਦਾ, ਢੋਅ ਉਹ ਢੁਕਾਉਂਦਾ। ਤੁਸੀਂ ਬਾਣੀ ਪੜ੍ਹੀ ਜਾਓ, ਨਾਮ ਜਪੀ ਜਾਓ, ਆਪੇ ਹੀ ਪਰਮਾਤਮਾ ਕਿਸੇ ਨਾ ਕਿਸੇ ਨੂੰ ਤੁਹਾਡੀ ਸਹਾਇਤਾ 'ਤੇ ਭੇਜ ਦੇਗਾ। ਇਹ ਉਹਦਾ ਕੰਮ ਹੈ। ਕਿ ਫਲਾਣਾ ਬੰਦਾ
ਬਾਣੀ ਪੜ੍ਹ ਰਿਹਾ ਹੈ, ਨਾਮ ਜਪ ਰਿਹਾ ਹੈ, ਫਿਰ ਇਹੀ ਬਾਣੀ, ਇਹੀ ਨਾਮ ਉਹਦੀ ਕਿਸਮਤ ਬਦਲ ਦਿੰਦੀ। ਇਸ ਲਈ ਧੱਕੇ ਧੋੜੇ ਖਾਣ ਦੀ ਲੋੜ ਨਹੀਂ, ਦੁੱਖ ਭੋਗਣ ਦੀ ਲੋੜ ਨਹੀਂ, ਮੁਸੀਬਤਾਂ ਝਾਗਣ ਦੀ ਲੋੜ ਨਹੀਂ। ਲੋੜ ਹੈ ਬਾਣੀ ਪੜ੍ਹਨ ਦੀ ਅਤੇ ਨਾਮ ਜਪਣ ਦੀ। ਸਤ ਸੰਗਤ ਕਰੋ, ਉੱਥੋਂ ਗਿਆਨ ਹੋਏਗਾ। ਸਤ ਸੰਗਤ ਸਾਨੂੰ ਗਿਆਨ ਦਿੰਦੀ ਹੈ। ਸਤ ਸੰਗਤ ਅਸਲ ਧਰਮ ਖੰਡ ਹੈ। ਇਹ ਜਿਹੜੇ ਵੀ ਇੱਕ ਦੋ ਬੈਠੇ ਹੋ ਜਾਂ ਐਸੇ ਆਪ ਜੀ ਧਰਮ ਖੰਡ 'ਚ ਬੈਠੇ ਹੋ, ਬਾਣੀ ਦੀ ਸਮਝ ਆ ਗਈ ਤੁਹਾਨੂੰ ਗਿਆਨ ਹੋਏਗਾ। ਜੇ ਇੱਕ ਬੰਦਾ ਧਰਮ ਖੰਡ 'ਚ ਆਉਂਦਾ ਹੀ ਨਹੀਂ ਤਾਂ ਉਹਨੂੰ ਗਿਆਨ ਕੀ ਹੋਏਗਾ? ਗਿਆਨ ਕੀ ਹੋਏਗਾ? ਸਤ ਸੰਗਤ ਧਰਮ ਖੰਡ ਹੁੰਦੀ ਹੈ, ਇੱਥੇ ਆ ਕੇ ਗਿਆਨ ਹੁੰਦਾ ਹੈ। ਗਿਆਨ ਦੇ ਅਨੁਸਾਰ ਫਿਰ ਬੰਦਾ ਸ਼ਰਮ, ਜਿਹਨੂੰ ਕਹਿੰਦੇ ਮਿਹਨਤ, ਸ਼ਰਮ ਖੰਡ ਕੀ ਬਾਣੀ ਰੂਪ ਕਹਿੰਦੇ, ਫਿਰ ਸ਼ਰਮ ਕਰਦਾ ਬੰਦਾ, ਮਿਹਨਤ ਕਰਦਾ। ਕਾਹਦੀ? ਨਾਮ ਜਪਣ ਦੀ। ਉਹ ਸ਼ਰਮ ਕਾਹਦਾ ਕਰਦਾ? ਨਾਮ ਜਪਣ ਦਾ, ਬਾਣੀ ਪੜ੍ਹਨ ਦਾ। ਇਹ ਜਦੋਂ ਲਗਾਤਾਰ ਮਿਹਨਤ ਕਰਦਾ ਰਹਿੰਦਾ, ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ, ਕਰਮ ਖੰਡ 'ਚ ਚਲੇ ਜਾਂਦਾ। ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਜਦੋਂ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਇਸ ਮਨੁੱਖ ਦਾ ਆਦਰ ਮਾਣ ਸਤਿਕਾਰ ਸੰਸਾਰ 'ਚ ਹੋਣਾ ਸ਼ੁਰੂ ਹੋ ਜਾਂਦਾ ਹੈ। ਆਦਰ ਮਾਣ ਸਤਿਕਾਰ ਸੰਸਾਰ 'ਚ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਬੰਦਾ ਕਰਮ ਖੰਡ 'ਚ ਪਹੁੰਚ ਕੇ ਵੀ, ਉਸ ਅਵਸਥਾ 'ਤੇ ਜਾ ਕੇ ਵੀ, ਬਖਸ਼ਿਸ਼ ਦੀ ਅਵਸਥਾ 'ਤੇ ਜਾ ਕੇ ਵੀ ਫਿਰ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ। ਅਤੇ ਇੱਕ ਦਿਨ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ। ਜਦੋਂ ਕਿਰਪਾ ਦ੍ਰਿਸ਼ਟੀ ਹੁੰਦੀ, ਇਹ ਸੱਚਖੰਡ 'ਚ ਪ੍ਰਵੇਸ਼ ਕਰ ਜਾਂਦਾ। ਇਹ ਸਤ ਸੰਗਤ ਧਰਮ ਖੰਡ ਹੈ। ਇੱਥੋਂ ਹੀ ਅੱਗੇ ਸਾਰੇ ਖੰਡ ਚਾਲੂ ਹੋਣੇ ਹਨ। ਇੱਥੇ ਆ ਕੇ ਗਿਆਨ ਹੋਣਾ। ਫਿਰ ਸਾਨੂੰ ਪ੍ਰੇਰਨਾ ਮਿਲਣੀ ਹੈ ਕਿ ਜਿਹੜਾ ਤੁਹਾਨੂੰ ਗਿਆਨ ਦਿੱਤਾ ਜਾਂਦਾ, ਇਹਦੇ ਅਨੁਸਾਰ ਜੀਵਨ ਜੀਵੋ, ਇਹਦਾ ਪ੍ਰੈਕਟੀਕਲ ਕਰੋ। ਅਤੇ ਗਿਆਨ ਕੀ ਹੋਇਆ? ਬਾਣੀ ਪੜ੍ਹੋ, ਨਾਮ ਜਪੋ, ਸ਼ੁਭ ਕਰਮ ਕਰੋ। ਇਹ ਗਿਆਨ ਹੋ ਗਿਆ ਹੈ। ਇਸ ਗਿਆਨ ਦੇ ਅਨੁਸਾਰ ਫਿਰ ਤੁਸੀਂ ਇਹਦਾ ਪ੍ਰੈਕਟੀਕਲ ਕਰਦੇ ਹੋ। ਉਹ ਮਿਹਨਤ ਕਰਨੀ ਪੈਂਦੀ ਹੈ, ਉਹ ਸ਼ਰਮ ਖੰਡ ਹੈ। ਪ੍ਰੈਕਟੀਕਲ ਕੀਤਾ ਜਾ ਰਿਹਾ ਹੈ, ਮਿਹਨਤ ਕੀਤੀ ਜਾ ਰਹੀ ਹੈ, ਦਿਨ ਰਾਤ ਕੀਤੀ ਜਾ ਰਹੀ ਹੈ। ਫਿਰ ਪਰਮਾਤਮਾ ਕਹਿੰਦਾ ਤਿਲ ਨਹੀਂ ਭੰਨੈ ਘੱਲ ਹੈ। ਪਰਮਾਤਮਾ ਸਾਡੀ ਮਿਹਨਤ ਨੂੰ ਤਿਲ ਮਾਤਰ ਵੀ ਐਵੇਂ ਨਹੀਂ ਜਾਣ ਦਿੰਦਾ। ਉਹ ਦੇਖਦਾ ਕਿ ਦਿਨ ਰਾਤ ਇਹ ਨਾਮ ਜਪਣ ਬਾਣੀ ਪੜ੍ਹਨ ਦੀ ਮਿਹਨਤ ਕਰ ਰਿਹਾ। ਫਿਰ ਪਰਮਾਤਮਾ ਦੀ ਹੁੰਦੀ ਬਖਸ਼ਿਸ਼, ਉਹਨੂੰ ਕਹਿੰਦੇ ਕਰਮ ਖੰਡ, ਉਹਦੀ ਬਖਸ਼ਿਸ਼ ਹੋ ਜਾਂਦੀ ਹੈ। ਜਦੋਂ ਮਨੁੱਖ ਕਰਮ ਖੰਡ 'ਚ ਪਹੁੰਚਦਾ ਹੈ, ਇਹ ਤਾਂ ਬੜੀਆਂ ਹੀ ਫਿਰ ਕਿਰਪਾ ਦ੍ਰਿਸ਼ਟੀਆਂ ਹੁੰਦੀਆਂ ਨੇ। ਆਦਰ ਮਾਣ ਸਤਿਕਾਰ ਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਬਹੁਤ ਸਾਰੀਆਂ ਸ਼ਕਤੀਆਂ, ਆਤਮਿਕ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਫਿਰ ਲੱਗਾ ਰਹਿੰਦਾ, ਫਿਰ ਲੱਗਾ ਰਹਿੰਦਾ, ਲੱਗਾ ਰਹਿੰਦਾ। ਇੱਕ ਦਿਨ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਜਦੋਂ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਇਹ ਫਿਰ ਜੀਵ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਜੰਮਣ ਮਰਨ ਦਾ ਚੱਕਰ ਸਮਾਪਤ ਹੋ ਜਾਂਦਾ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਤਿਸ ਕਾ ਕੀਆ ਸਭ ਪ੍ਰਵਾਨ, ਉਸਦੇ ਕੀਤੇ ਨੂੰ ਹਰ ਇੱਕ ਪ੍ਰਵਾਨ ਕਰਦਾ ਹੈ। ਗੁਰ ਪ੍ਰਸਾਦ ਨਾਨਕੇ ਜਾਣ, ਗੁਰੂ ਦੀ ਕਿਰਪਾ ਨਾਲ ਹੀ ਇਹ ਗੱਲ ਜਾਣੀ ਜਾ ਸਕਦੀ ਹੈ, ਰੱਬ ਨੂੰ ਜਾਣਿਆ ਜਾ ਸਕਦਾ ਹੈ। ਜੋ ਜਾਣੇ ਤਿਸ ਸਦਾ ਸੁਖ ਹੋਏ। ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ, ਉਹਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਨਹੀਂ, ਸਦਾ ਸੁੱਖ। ਜਿਹੜਾ ਉਂਝ ਸੁੱਖ ਹੈ, ਇਹਦਾ ਵਿਰੋਧੀ ਸ਼ਬਦ ਹੈ ਦੁੱਖ। ਸਦਾ ਸੁੱਖ ਨੂੰ ਗੁਰਬਾਣੀ ਆਨੰਦ ਵੀ ਲਿਖਿਆ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਨੰਦ ਅਸਲ ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਹੀ ਹੁੰਦਾ। ਜਿੰਨਾ ਚਿਰ ਅਸੀਂ ਭਜਨ ਬੰਦਗੀ ਕਰਦੇ ਰਹੇ, ਪ੍ਰਾਪਤੀ ਨਹੀਂ ਹੋਈ, ਸਾਡੀ ਜ਼ਿੰਦਗੀ ਦੁੱਖ ਸੁੱਖ ਚੱਲੀ ਜਾਣਗੇ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਫਿਰ ਸਦੀਵੀ ਸੁੱਖ ਹੈ, ਜਿਹਨੂੰ ਗੁਰਬਾਣੀ ਕਿਹਾ ਆਨੰਦ। ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਸਦਾ ਹੀ ਸੁਖੀ ਰਹਿੰਦਾ। ਇਹ ਮਨ ਫਿਰ ਸਦਾ ਹੀ ਸੁਖੀ ਰਹਿੰਦਾ। ਸਰੀਰਕ ਦੁੱਖ ਕਸ਼ਟ ਆਉਂਦੇ ਰਹਿੰਦੇ ਨੇ, ਮਨ ਸ਼ਾਂਤ ਤੇ ਅਡੋਲ ਰਹਿੰਦਾ। ਭਗਤਾਂ 'ਤੇ ਗੁਰੂਆਂ 'ਤੇ
ਸ਼ਹੀਦਾਂ ਦੇ ਕਿੰਨੇ ਦੁੱਖ ਹੈ ਸਰੀਰਕ, ਪਰ ਉਹ ਮਾਨਸਿਕ ਤੌਰ 'ਤੇ ਸ਼ਾਂਤ ਰਹੇ। ਉਹਨਾਂ ਹਾਲ ਪਾਰਿਆ ਨਹੀਂ ਕੀਤੀ, ਉਹਨਾਂ ਕੋਈ ਦੁਸ਼ਮਣ ਦੇ ਜ਼ਾਲਮ ਨੇ ਤਰਲੇ ਨਹੀਂ ਕੱਢੇ ਕਿ ਮੈਨੂੰ ਇਸ ਤਰ੍ਹਾਂ ਨਾ ਕਰੋ। ਉਹ ਕਹੇ ਜੋ ਤੁਹਾਡੀ ਮਰਜ਼ੀ ਕਰੋ। ਕਿਉਂ? ਮਨ ਅੰਦਰੋਂ ਸ਼ਾਂਤ ਹੈ। ਸੋ ਜੋ ਜਾਣੈ ਤਿਸ ਸਦਾ ਸੁਖ, ਉਹਨੂੰ ਸਦੀਵ ਹੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪ ਮਿਲਾਏ ਲਏ ਪ੍ਰਭ ਸੋਏ, ਉਹ ਪਰਮਾਤਮਾ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ। ਕਿ ਜਾਣ ਚੂ ਲਿਆ ਉਸ ਨੂੰ, ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਜਦੋਂ ਜੀਵ ਆਤਮਾ ਪਰਮਾਤਮਾ ਮਿਲਦੀ ਹੈ, ਜੋਤੀ ਜੋਤ ਲਈ ਸੰਪੂਰਨ ਥੀਆ ਰਾਮ, ਫਿਰ ਜਿਹੜਾ ਜੰਮਣ ਮਰਨਾ ਖਤਮ ਹੋ ਜਾਂਦਾ। ਫਿਰ ਜਿਹਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਨਾ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜਿਸ ਦੇ ਹਿਰਦੇ 'ਚ ਜਿਸ ਦੇ ਹਿਰਦੇ 'ਚ, ਜਿਸ ਦੇ ਮਨ ਵਿੱਚ ਜੀਵਨ ਪਰਮਾਤਮਾ ਵਸ ਗਿਆ, ਭਗਵੰਤ ਜਿਸ ਦੇ ਹਿਰਦੇ 'ਚ ਪਰਮਾਤਮਾ ਵਸ ਗਿਆ ਨਾ, ਉਹ ਬੰਦਾ ਜੀਵਨ ਮੁਕਤ ਹੁੰਦਾ, ਜਿਉਂਦਿਆਂ ਹੀ ਮੁਕਤ ਹੋ ਜਾਂਦਾ ਹੈ। ਇੱਕਦਮ ਮਰ ਕੇ ਮੁਕਤ ਹੋਣਾ। ਕਬੀਰ ਸਾਹਿਬ ਕਹਿੰਦੇ ਮਰਨ ਮੁਕਤ ਕਿਨ ਪਾਏ। ਕੀ ਪਤਾ ਮਰਨ ਤੋਂ ਬਾਅਦ ਮੁਕਤੀ ਮਿਲੀ ਹੈ ਕਿ ਨਹੀਂ ਮਿਲੀ। ਜਿਉਂਦੇ ਮਿਲੇ ਤਾਂ ਜਿਉਂਦਿਆਂ ਹੀ ਮੁਕਤੀ ਮਿਲੇ। ਹੁਣ ਮੁਕਤੀ ਕੀ ਹੈ? ਇੱਕ ਤਾਂ ਹੈ ਵੀ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਏ। ਜਿਹੜੀ ਜਿਉਂਦਿਆਂ ਮੁਕਤੀ ਹੁੰਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਰ ਪ੍ਰਕਾਰ ਦੀ ਬੁਰਾਈ ਉਹਦਾ ਉਸ ਤੋਂ ਖੜਾ ਛੁੱਟ ਜਾਂਦਾ ਹੈ। ਕੋਈ ਸੰਸਾਰ ਦੀ ਬੁਰਾਈ ਉਸ ਨੂੰ ਆਪਣੇ ਵੱਲ ਪ੍ਰੇਰ ਨਹੀਂ ਸਕਦੀ। ਉਹ ਜਿਉਂਦਾ ਮੁਕਤ ਹੁੰਦਾ। ਫਿਰ ਜਿਹੜਾ ਜਿਉਂਦਿਆਂ ਮੁਕਤ ਹੋ ਗਿਆ, ਕਿਉਂਕਿ ਉਹਦੇ ਹਿਰਦੇ 'ਚ ਪਰਮਾਤਮਾ ਸੀ, ਉਹ ਧਨਵੰਤ, ਉਹ ਸਮਝੇ ਬਹੁਤ ਧਨਵਾਨ ਹੈ। ਧਨਵੰਤ, ਬੰਤ ਹੁੰਦਾ ਮਾਲਕ, ਧਨਵੰਤ ਧਨ ਦਾ ਮਾਲਕ, ਧਨਵਾਨ। ਕੁਲਵੰਤ ਸਾਰੀ ਕੁਲ ਦਾ ਮਾਲਕ ਹੈ, ਭਾਵ ਉੱਚੀ ਕੁਲ ਵਾਲਾ ਹੋ ਜਾਂਦਾ ਹੈ। ਪਤਵੰਤ ਇੱਜ਼ਤਦਾਰ ਹੋ ਜਾਂਦਾ ਹੈ। ਉਹ ਧਨਵੰਤ ਹੋ ਜਾਂਦਾ ਹੈ, ਉਹ ਕੁਲਵੰਤ ਹੋ ਜਾਂਦਾ ਹੈ, ਉਹ ਪਤਵੰਤ ਹੋ ਜਾਂਦਾ ਹੈ, ਉਹ ਆਦਰ ਮਾਣ ਵਾਲਾ ਹੋ ਜਾਂਦਾ ਹੈ, ਉਹ ਉੱਚੀ ਕੁਲ ਦਾ ਹੋ ਜਾਂਦਾ ਹੈ, ਉਹ ਧਨਵਾਨ ਹੋ ਜਾਂਦਾ ਹੈ। ਧਨ 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 ਜਨ ਆਇਆ। ਜਨ ਪਰਮਾਤਮਾ ਦੇ ਭਗਤ ਨੂੰ, ਪਰਮਾਤਮਾ ਦੇ ਸੇਵਕ ਨੂੰ ਕਹਿੰਦੇ। ਜਿਹੜਾ ਪਰਮਾਤਮਾ ਦਾ ਸੇਵਕ ਹੈ, ਪਰਮਾਤਮਾ ਦਾ ਭਗਤ ਹੈ ਨਾ, ਉਹਦਾ ਸੰਸਾਰ 'ਤੇ ਆਉਣੀ ਧਨਤਾ ਦੇ ਯੋਗ ਹੈ। ਉਹਦਾ ਸੰਸਾਰ 'ਚ ਆਉਣਾ ਹੀ ਧਨਤਾ ਦੇ ਯੋਗ ਹੈ। ਕਿਉਂ? ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਹ ਜਿਹੜਾ ਜਨ ਹੈ, ਉਹਦੀ ਕਿਰਪਾ ਨਾਲ ਸਾਰੇ ਸੰਸਾਰ ਦਾ ਭਲਾ ਹੋ ਜਾਂਦਾ ਹੈ। ਜਿਹੜਾ ਵੀ ਉਹਦੀ ਸੰਗਤ ਕਰਦਾ, ਉਹੀ ਭਾਵ ਸਾਗਰ ਤੋਂ ਪਾਰ ਹੋ ਜਾਂਦਾ, ਉਸੇ ਨੂੰ ਤਰਾਉਂਦਾ। ਕਿਉਂਕਿ ਜਿਹੜਾ ਜਨ ਹੁੰਦਾ ਹੈ, ਜਿਹੜਾ ਸੇਵਕ ਹੁੰਦਾ ਹੈ, ਜਿਹੜਾ ਭਗਤ ਹੁੰਦਾ ਹੈ, ਉਹਦਾ ਤਾਂ ਕੰਮ ਹੀ ਭਗਤੀ ਕਰਨਾ ਅਤੇ ਭਗਤੀ ਕਰਾਉਣਾ ਹੈ। ਅਤੇ ਭਗਤੀ ਕਰਨ ਵਾਲਾ ਹੀ ਭਵ ਸਾਗਰ ਨੂੰ ਤਰ ਸਕਦਾ ਹੈ। ਭਗਤੀ ਕਰਾਉਣ ਵਾਲਾ ਤਾਂ ਪਹਿਲੇ ਹੀ ਤਰਿਆ ਹੋਇਆ, ਅਤੇ ਜਿਹੜਾ ਭਗਤੀ ਕਰਦਾ ਉਹਨੂੰ ਵੀ ਤਾਰ ਦਿੰਦਾ ਹੋਵੇ। ਜਨ ਆਵਨ ਕਾ ਇਹ ਸੁਭਾਵ। ਪਰਮਾਤਮਾ ਦੇ ਭਗਤ ਦਾ ਇਸ ਸੰਸਾਰ 'ਚ ਆਉਣ ਦਾ ਕੀ ਸੁਭਾਅ ਪ੍ਰਯੋਜਨ ਹੈ? ਸੁਭਾਅ ਮੈਨੇ ਪ੍ਰਯੋਜਨ, ਮਨੋਰਥ, ਉਦੇਸ਼, ਲਾਭ। ਸੁਭਾਅ ਦੇ ਅਰਥ ਨੇ ਪ੍ਰਯੋਜਨ, ਜਿਹਨੂੰ ਇੰਗਲਿਸ਼ ਦਾ ਏਮ। ਵਾਟ ਇਜ਼ ਦਾ ਏਮ ਆਫ ਯੂਅਰ ਲਾਈਫ? ਤੁਹਾਡੇ ਜੀਵਨ ਦਾ ਕੀ ਉਦੇਸ਼ ਹੈ? ਕੀ ਪ੍ਰਯੋਜਨ ਹੈ? ਤੁਸੀਂ ਕਿਉਂ ਮਨੁੱਖਾ ਜੀਵਨ ਲਿਆ? ਕਾਹਦੇ ਲਈ ਲਿਆ ਹੈ? ਪ੍ਰਸ਼ਨ ਪੁੱਛੋ ਵਾਲਾ ਪਤਾ ਨਹੀਂ ਲੱਗਦਾ ਵੀ ਕਾਹਦੇ ਲਈ ਲਿਆ। ਧਰਮ ਕਹਿੰਦਾ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਾ ਜਨਮ ਲਿਆ, ਅਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ
ਸ਼ੁਭ ਕਰਮ ਕਰਕੇ ਅਤੇ ਨਾਮ ਜਪ ਕੇ। ਅਸੀਂ ਸਿਰਫ ਨਾਮ ਜਪਣ ਦੇ ਸ਼ੁਭ ਕਰਮ ਨਹੀਂ ਕਰਨਾ ਹੈ, ਇਹ ਉਦੇਸ਼ ਨਹੀਂ ਹੈ, ਇਹ ਤਾਂ ਸਾਧਨ ਹੈ। ਸਾਧਨ ਨੂੰ ਕਦੇ ਜ਼ਿੰਦਗੀ ਦਾ ਉਦੇਸ਼ ਨਹੀਂ ਬਣਾ ਲੈਣਾ ਚਾਹੀਦਾ। ਜ਼ਿੰਦਗੀ ਦਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ, ਸਾਧਨ ਹੈ ਸ਼ੁਭ ਕਰਮ ਅਤੇ ਭਜਨ ਬੰਦਗੀ, ਇਹ ਤਾਂ ਸਾਧਨ ਹੈ। ਸੋ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ ਅਤੇ ਜਨ ਆਵਨ ਕਾ ਇਹ ਹੈ ਸੁਭਾਵ। ਸੋ ਪਰਮਾਤਮਾ ਦੇ ਭਗਤ ਦਾ ਸੰਸਾਰ 'ਚ ਆਉਣ ਦਾ ਇਹੀ ਲਾਭ ਹੈ। ਕੀ ਲਾਭ ਹੈ? ਜਨ ਕੈ ਸੰਗ ਚਿਤ ਆਵੈ ਨਾ। ਜਿਹੜਾ ਜਨ ਦੀ ਸੰਗਤ ਕਰਦਾ ਹੈ, ਜਿਹੜਾ ਪਰਮਾਤਮਾ ਦੇ ਭਗਤ ਦੀ ਸੰਗਤ ਕਰਦਾ ਹੈ, ਉਹਨੂੰ ਰੱਬ ਯਾਦ ਆਉਂਦਾ। ਚਿਤ ਆਵੈ ਨਾ, ਉਹਨੂੰ ਪਰਮਾਤਮਾ ਦਾ ਨਾਮ ਯਾਦ ਆਉਂਦਾ। ਕਿਉਂ? ਜਿਨ੍ਹਾਂ ਦਿਸੰਦਿਆਂ ਦੁਰਮਤ ਵੰਝੈ ਮਿੱਤਰ ਅਸਾੜੜੇ ਸਹੀ। ਕਿ ਸਾਡੇ ਮਿੱਤਰ ਕੌਣ ਨੇ? ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਅੰਦਰੋਂ ਸਾਰੀ ਗੰਦ ਮਤ ਨਿਕਲ ਜਾਏ। ਦੁਰ ਮਤ, ਭੈੜੀ ਮਤ ਵੰਝੈ ਦੂਰ ਹੋ ਜਾਏ। ਜਿਨ੍ਹਾਂ ਦੇ ਦਰਸ਼ਨ ਕਰਦੇ ਹੀ ਅੰਦਰੋਂ ਭੈੜੀ ਮਤ ਖਤਮ ਹੋ ਜਾਏ, ਕਹਿੰਦੇ ਸਾਡੇ ਤਾਂ ਉਹ ਮਿੱਤਰ ਨੇ। ਇਸ ਲਈ ਜਿਹਦੇ ਅੰਦਰ ਕੋਈ ਮੈਲ ਨਹੀਂ, ਉਹਦੇ ਦਰਸ਼ਨ ਕਰਕੇ ਹੀ ਮੈਲ ਧੋਤੀ ਜਾਏ। ਜਿਹੜਾ ਪਹਿਲੇ ਅੰਦਰੋਂ ਮੈਲਾ ਹੈ, ਉਹਦੇ ਦਰਸ਼ਨ ਕਰਕੇ ਤਾਂ ਹੋ ਸਕਦਾ ਮੈਲ ਲੱਗ ਜੇ ਸਗੋਂ। ਜਿੰਨਾ ਚਿਰ ਬੰਦਾ ਮਰ ਨਹੀਂ ਜਾਂਦਾ, ਇਹ 'ਚ ਕੋਈ ਨਾ ਕੋਈ ਗਲਤੀ, ਇਸ ਤੋਂ ਕੋਈ ਨਾ ਕੋਈ ਗਲਤੀ ਹੋ ਸਕਦੀ ਹੈ। ਹੋ ਸਕਦਾ ਹੈ ਬਾਹਰੋਂ ਦਿਸਣ ਵਾਲਾ ਸੰਤ ਮਹਾਤਮਾ ਲੱਗਦਾ ਹੈ, ਅੰਦਰ ਕੋਈ ਬਹੁਤ ਵੱਡਾ ਨੁਕਸ ਉਹਦੇ ਹੋ ਸਕਦਾ ਹੈ। ਆਪਾਂ ਉਹਦਾ ਨਾਮ ਜਪੀ ਗਏ, ਜਿਹੜੇ ਉਹਦੇ ਗੁਣ ਨੇ ਉਹ ਵੀ ਸਾਡੇ 'ਚ ਪ੍ਰਵੇਸ਼ ਕਰ ਜਾਏ, ਜਿਹੜਾ ਉਹਦੇ 'ਚ ਲੁਕਿਆ ਹੋਇਆ ਔਗਣ ਨੇ ਉਹ ਵੀ ਸਾਡੇ 'ਚ ਪ੍ਰਵੇਸ਼ ਕਰ ਜਾਏਗਾ। ਅਸੀਂ ਕੀ ਖਟਿਆ? ਇਸ ਲਈ ਸਿੱਧਾ ਹੀ ਗੁਰੂ ਮਹਾਰਾਜ ਕਿਹਾ ਤੁਸੀਂ ਪਰਮਾਤਮਾ ਦਾ ਨਾਮ ਜਪੋ। ਸਰੀਰ ਦੇ ਵਿੱਚ ਕੋਈ ਔਗਣ ਹੋ ਸਕਦਾ ਹੈ, ਪਰਮਾਤਮਾ ਦਾ ਸਰੀਰ ਹੈ ਹੀ ਨਹੀਂ ਹੈ, ਉਹ ਤਾਂ ਸਰੀਰ ਹੀ ਨਹੀਂ ਹੈ, ਇਸ ਲਈ ਉਹਦੇ 'ਚ ਔਗਣ ਹੋ ਹੀ ਨਹੀਂ ਸਕਦਾ। ਉਹ ਤੇ ਗੁਣਵਾਨ ਹੈ। ਉਹਦਾ ਨਾਮ ਜਪ ਜਪ ਕੇ ਜਿਹੜੇ ਪਰਮਾਤਮਾ ਦੇ ਗੁਣ ਨੇ ਉਹ ਸਾਡੇ 'ਚ ਸਮਾਂ ਪਾ ਕੇ ਪ੍ਰਵੇਸ਼ ਹੋ ਜਾਣਗੇ ਅਤੇ ਅਸੀਂ ਵੀ ਗੁਣਵਾਨ ਹੋ ਜਾਵਾਂਗੇ। ਸੋ ਜਿਹੜੇ ਜਨ ਨੇ ਉਹਨਾਂ ਦੇ ਆਉਣ ਦਾ ਪ੍ਰਯੋਜਨ ਹੀ ਇਹੀ ਹੈ ਕਿ ਉਹਨਾਂ ਦੀ ਸੰਗਤ ਕਰਕੇ ਪਰਮਾਤਮਾ ਯਾਦ ਆਉਂਦਾ। ਚਿੱਤ ਆਉਣਾ, ਯਾਦ ਆਉਣਾ। ਚਿੱਤ ਆਵੇ ਨਾ, ਪਰਮਾਤਮਾ ਦਾ ਨਾਮ ਯਾਦ ਆਉਂਦਾ। ਹੁਣ ਜਿਹੋ ਜਿਹੀ ਸੰਗਤ ਕਰੀਏ ਉਹੋ ਜਿਹੀ ਕੁਛ ਹੋਣਾ ਨਾ। ਹੁਣ ਪੀਣ ਵਾਲੇ ਦੀ ਤੁਸੀਂ ਸੰਗਤ ਕਰੋਗੇ, ਉਹਨੂੰ ਤਾਂ ਪੀਣ ਦੀਆਂ ਗੱਲਾਂ ਕਰੀ ਜਾਣੀਆਂ ਨੇ। ਉਹ ਇੰਨੀ ਵਡਿਆਈ ਕਰੇਗਾ ਸ਼ਰਾਬ ਦੀ, ਹੁਸਦੇ ਤੋਸੇ ਤੁਹਾਡਾ ਮਨ ਵੀ ਆਪਾਂ ਘੁੱਟ ਲਾ ਕੇ ਵੇਖ ਲਓ। ਹੁਣ ਜੋ ਘੁੱਟ ਲਾਓਗੇ ਤਾਂ ਉਹ 'ਚ ਨਸ਼ਾ ਹੈ। ਹਰ ਇੱਕ ਨਸ਼ਾ ਜਿਹੜਾ ਹੈ ਆਨੰਦ ਦਿੰਦਾ, ਇਹ 'ਚ ਕੋਈ ਸ਼ੱਕ ਨਹੀਂ। ਕਿੰਨੇ ਸਰੀਰ ਸੁਸਤ ਹੈ, ਚਾਹ ਪੀ ਲਈ, ਹੋ ਗਿਆ ਐਕਟਿਵ। ਹਰ ਇੱਕ ਨਸ਼ਾ ਤੁਹਾਨੂੰ ਕੁਝ ਸਮੇਂ ਲਈ ਆਨੰਦ ਦਿੰਦਾ ਹੈ, ਐਕਟਿਵ ਕਰਦਾ ਹੈ, ਪਰ ਜਦੋਂ ਨਸ਼ਾ ਉਤਰਦਾ ਹੈ ਸਰੀਰ ਬਿਲਕੁਲ ਨਿਢਾਲ ਹੋ ਜਾਂਦਾ ਹੈ। ਉਹਨੂੰ ਉਹ ਨਿਢਾਲਪੁਣਾ ਦੂਰ ਕਰਨ ਲਈ ਫਿਰ ਜਿਹੜਾ ਪੀਣੀ ਪੈਂਦੀ ਹੈ। ਕਦੇ ਪਿੰਡ ਜਾਣਾ, ਹੱਸਦਿਆਂ ਕਹਿਣਾ ਉਹ ਘੁੱਟ ਲਿਆ ਵੀ ਜਿਹੜਾ ਮੱਤ ਆਵੇ। ਮੈਂ ਪਹਿਲਾਂ ਤਾਂ ਪਾਗਲ ਹੀ ਬੈਠੇ ਨੇ, ਪੀ ਕੇ ਮੱਤ ਆਏਗੀ। ਰਾਤ ਨੂੰ ਪੀਤੀ ਹੈ, ਸਵੇਰੇ ਉੱਠ ਨਹੀਂ ਹੁੰਦਾ, ਸਰੀਰ ਨਿਢਾਲ ਹੋ ਗਿਆ। ਫਿਰ ਸਵੇਰੇ ਪੈਗ ਲਾਉਣਾ ਤਾਂ ਜੋ ਥੋੜ੍ਹਾ ਜਿਹਾ ਕਾਇਮ ਹੋ ਜਾਏ, ਹਜੇ ਨਹਾਉਣ ਧੋਣ ਜੋਗਾ ਹੋ ਜਾਏ। ਇਸ ਲਈ ਇਹ ਜਿਹੜੇ ਨਸ਼ੇ ਨੇ ਇਹ ਇੱਕ ਵਾਰੀ ਤਾਂ ਜ਼ਰੂਰ ਮਨੁੱਖ ਨੂੰ ਐਕਟਿਵ ਕਰਦੇ ਨੇ, ਬਾਅਦ ਵਿੱਚ ਬਹੁਤ ਸਰੀਰ ਨੂੰ ਨਿਢਾਲ ਕਰਕੇ ਉਹਦਾ ਨੁਕਸਾਨ ਕਰਦੇ ਨੇ। ਸੋ ਜਿਹੋ ਜਿਹੀ ਤੁਸੀਂ ਸੰਗਤ ਕਰੋਗੇ ਉਹਦਾ ਅਸਰ ਤੁਹਾਡੇ 'ਤੇ ਜ਼ਰੂਰ ਹੋਏਗਾ। ਹਾਂ, ਜੇ ਤੁਸੀਂ ਬਾਂਸ ਹੋ ਫਿਰ ਨਹੀਂ ਹੁੰਦਾ। ਬਾਂਸ ਦੇ 'ਤੇ ਗੁਰਬਾਣੀ ਲਿਖਿਆ ਵੀ ਜਿਹੜਾ ਹੈ ਚੰਦਨ ਦਾ ਦਰਖਤ, ਇਹਦੇ ਆਲੇ ਦੁਆਲੇ ਜਿੰਨੇ ਬੂਟੇ ਹੁੰਦੇ ਨੇ ਸਾਰੇ ਸੁਗੰਧਿਤ ਹੋ ਜਾਂਦੇ, ਪਰ ਜਿਹੜਾ ਬਾਂਸ ਹੈ ਉਹ ਚੰਦਨ ਦੀ ਸੁਗੰਧੀ ਪ੍ਰਵਾਨ ਨਹੀਂ ਕਰਦਾ, ਉਹਦੇ ਚੰਦਨ ਦੀ ਸੁਗੰਧੀ ਪ੍ਰਵੇਸ਼ ਹੀ ਨਹੀਂ ਕਰਦੀ ਹੈਗੀ। ਇਸ ਤਰ੍ਹਾਂ
ਕੁਝ ਲੋਕ ਬਾਂਸ ਹੁੰਦੇ ਨੇ, ਭਾਵੇਂ ਰੋਜ਼ ਸਤ ਸੰਗਤ ਕਰਨ, ਕੋਈ ਉਹਨਾਂ 'ਤੇ ਅਸਰ ਨਹੀਂ ਹੁੰਦਾ। ਸਤਸੰਗ ਵੀ ਕੀਤੀ ਜਾ ਰਹੀ ਹੈ, ਰਿਸ਼ਵਤਾਂ ਵੀ ਲਈ ਜਾ ਰਹੀਆਂ, ਸਤਸੰਗ ਵੀ ਕੀਤੀ ਜਾ ਰਹੀ ਹੈ, ਮਿਲਾਵਟ ਵੀ ਕੀਤੀ ਜਾ ਰਹੀ ਹੈ, ਸਤਸੰਗ ਵੀ ਕੀਤੀ ਹੈ, ਠੱਗੀਆਂ ਵੀ ਕੀਤੀਆਂ, ਸਭ ਕੁਝ ਤਾਂ ਜਾ ਰਿਹਾ, ਚੇਂਜ ਨਹੀਂ ਹੁੰਦੀ। ਆ ਕਈ ਲਿਖਦੇ ਲਿਖਾਰੀ ਆ ਕਰੋਨਾ ਤੋਂ ਬਾਅਦ ਲੋਕਾਂ ਦੇ ਸੁਭਾਅ ਬਦਲ ਜਾਣਗੇ, ਬੜਾ ਚੇਂਜ। ਮੈਂ ਸੁਭਾਅ ਕੋਈ ਚੇਂਜ ਚੂਜ ਨਹੀਂ ਹੁੰਦੀ। ਆ ਕਰੋਨਾ ਜਦੋਂ ਮੌਤ ਸਿਰ 'ਤੇ ਖੜੀ ਹੈ, ਕੀ ਕਿਸੇ ਰਿਸ਼ਵਤ ਲੈਣ ਵਾਲੇ ਰਿਸ਼ਵਤ ਛੱਡੀ? ਕਿਸੇ ਦੁੱਧ 'ਚ ਪਾਣੀ ਪਾਉਣ ਵਾਲੇ ਪਾਣੀ ਪਾਉਣਾ ਛੱਡਿਆ? ਕੀ ਕਿਸੇ ਨੇ ਠੱਗ ਨੇ ਠੱਗੀ ਛੱਡੀ? ਕੀ ਕਿਸੇ ਚੋਰ ਨੇ ਚੋਰੀ ਛੱਡੀ? ਕੁਛ ਵੀ ਨਹੀਂ ਬਦਲਣਾ। ਇਹ ਮਨੁੱਖ ਨੇ ਉਹੇ ਦਾ ਉਹੇ ਜਿਹੇ ਰਹਿਣਾ, ਇਹ ਨਹੀਂ ਬਦਲਦਾ ਛੇਤੀ ਛੇਤੀ। ਆਮ ਲੋਕ ਡਰ ਰਹੇ ਨੇ, ਨਾ ਕੋਈ ਚੋਰ ਡਰ ਰਿਹਾ, ਨਾ ਕੋਈ ਡਾਕੂ ਡਰ ਰਿਹਾ, ਨਾ ਕੋਈ ਰਿਸ਼ਵਤਖੋਰ ਡਰ ਰਿਹਾ, ਨਾ ਕੋਈ ਮਿਲਾਵਟਖੋਰ ਡਰ ਰਿਹਾ ਹੈ। ਉਹ ਤਾਂ ਉਸੇ ਤਰ੍ਹਾਂ ਲਈ ਜਾਂਦੇ ਨੇ। ਉਹਨਾਂ ਨੂੰ ਹੈ ਹੀ ਨਹੀਂ ਵੀ ਅਸੀਂ ਮਰ ਸਕਦੇ ਇਹਦੇ ਨਾਲ, ਪੈਸੇ ਧਰੇ ਧਰੇ ਇੱਥੇ ਹੀ ਰਹਿ ਜਾਣੀ ਨਾ, ਕੋਈ ਫਰਕ ਨਹੀਂ ਪੈ ਰਿਹਾ। ਮੈਂ ਪਹਿਲਾਂ ਕਿਹਾ ਕਰਦਾ ਸੀ 550 ਸਾਲਾ ਗੁਰੂ ਨਾਨਕ ਦੇ ਜਨਮ ਦਿਨ ਪ੍ਰਕਾਸ਼ ਜਿਹੜਾ ਮਨਾਇਆ, ਸਾਰੇ ਸੰਸਾਰ 'ਚ ਮਨਾਇਆ, ਕਰੋੜਾਂ ਰੁਪਈਏ ਜਨਮ ਦਿਨ ਮਨਾਉਣ 'ਤੇ ਖਰਚ ਹੋ ਗਏ, ਬੜੇ ਅਡੰਬਰ ਕੀਤੇ, ਬੜੇ ਜਲਸੇ ਜਲੂਸ ਕੀਤੇ ਗਏ। 12 ਨਵੰਬਰ ਦਾ ਸੀ ਪ੍ਰਕਾਸ਼ ਦਿਹਾੜਾ। ਉਹ ਜਿਹੜਾ ਸੀ ਜੋ 11 ਨਵੰਬਰ ਨੂੰ ਪੀ ਰਿਹਾ ਸੀ, ਉਹ 13 ਨਵੰਬਰ ਨੂੰ ਪੀ ਰਿਹਾ ਸੀ, ਕਿਸੇ ਨੇ ਨਹੀਂ ਛੱਡੀ। ਜਿਹੜਾ 11 ਨਵੰਬਰ ਨੂੰ ਰਿਸ਼ਵਤ ਲੈ ਰਿਹਾ ਸੀ, 13 ਨੂੰ ਵੀ ਰਿਸ਼ਵਤ ਲੈ ਰਿਹਾ ਸੀ। ਜਿਹੜਾ 11 ਨੂੰ ਮਿਲਾਵਟ ਕਰ 13 ਨੂੰ ਵੀ ਕਰ ਰਿਹਾ ਸੀ। ਫਰਕ ਤਾਂ ਕੋਈ ਪਿਆ ਨਾ, ਰੁਪਈਏ ਕਰੋੜਾਂ ਲਾਤੇ, ਫਰਕ ਪਿਆ ਕੋਈ ਨਹੀਂ। ਇਹਦਾ ਮਤਲਬ ਸਾਰਾ ਕੁਛ ਲੋਕ ਵਿਖਾਵਾ ਹੋ ਗਿਆ ਹੈ। ਮਨ ਨੂੰ ਝੂਠੀਆਂ ਤਸੱਲੀਆਂ ਦੇਣੀ। ਵੈਸੇ ਗੁਰੂ ਨਾਨਕ ਦਾ ਪ੍ਰਕਾਸ਼ ਜਿਹੜਾ ਮਨਾ ਵੀ ਗੱਲ ਤਾਂ ਗੁਰੂ ਨਾਨਕ ਦੀ ਤੁਸੀਂ ਕੋਈ ਮੰਨੀ ਨਹੀਂ, ਗੱਲ ਤਾਂ ਗੁਰੂ ਨਾਨਕ ਦੀ ਮੰਨੀ ਨਹੀਂ। ਇਸ ਲਈ ਜਦੋਂ ਗਿਆਨ ਹੁੰਦਾ ਨਾ, ਉਹਦਾ ਮਤਲਬ ਇਹ ਸੰਸਾਰ ਪਰਮਾਤਮਾ ਨੇ ਉਹਨੂੰ ਭੇਜੇ ਇਸ ਸੰਸਾਰ 'ਤੇ ਹੈ ਕਿ ਉਹਦੀ ਸੰਗਤ ਕਰਨ ਰੱਬ ਦਾ ਨਾਮ ਯਾਦ ਹੁੰਦਾ। ਆਪ ਮੁਕਤ ਕਰੇ ਸੰਸਾਰ। ਜਿਹੜਾ ਆਪ ਮੁਕਤ ਹੈ, ਪਰਮਾਤਮਾ ਗਿਆਨ ਆਪ ਮੁਕਤ ਹੈ, ਉਹ ਫਿਰ ਲੋਕਾਂ ਨੂੰ ਵੀ ਮੁਕਤ ਕਰਦਾ ਹੈ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਮਹਾਰਾਜ ਕਹਿੰਦੇ ਇਹੋ ਜਿਹੇ ਗਿਆਨ ਨੂੰ ਤਾਂ ਸਾਡੀ ਸਦਾ ਹੀ ਨਮਸਕਾਰ ਹੈ। ਇਹ ਨਮਸਕਾਰ ਸ਼ਬਦ ਨਹੀਂ ਹੈ, ਸੱਸੇ ਦੇ ਪੈਰ ਬਿੰਦੀ ਲਾ ਕੇ ਨਹੀਂ ਬੋਲਣਾ। ਇਹ ਹਿੰਦੀ ਦਾ ਸ਼ਬਦ ਹੈ ਅਤੇ ਉੱਥੇ ਲਿਖਿਆ ਨਮਸਕਾਰ, ਸੱਸਾ ਹੀ ਲਿਖਿਆ ਨਮਸਕਾਰ, ਜਿਹਨੂੰ ਨਮਸਤੇ ਵੀ ਕਹਿੰਦੇ ਨੇ। ਛੋਟਾ ਉਹਦਾ ਸ਼ਬਦ ਹੈ ਨਮਸਤੇ। नमस्ते का शब्द अर्थ है मैं आपको झुक कर प्रणाम करता हूँ। नमस्ते का की अर्थ है मैं आपको झुक कर प्रणाम करता हूँ। तो नमस्कार भी आप इसलिए कह रहे सिर झुकाने, सिर झुकाने। सो यहो जे जान के साड़ी नमस्कार है। इतों तक 23 अष्टपदियाँ पूरियां हो गई ने। हुण 24वीं अष्टपदी कथा शुरू होनी है। संगत ਨੂੰ ਮੇਰੀ ਬੇਨਤੀ ਹੈ ਕਿ ਸੁਖਮਨੀ ਸਾਹਿਬ ਦੀ ਕਥਾ ਪੂਰੀ ਹੋਣ ਤੋਂ ਬਾਅਦ ਫਿਰ ਨਿਤਨੇਮ ਦੀ ਕਥਾ ਸ਼ੁਰੂ ਹੋਵੇਗੀ। ਸਮਾਂ ਇਹੀ ਹੋਏਗਾ 7:15 ਤੋਂ ਲੈ ਕੇ 8:15 ਤੱਕ ਇੰਡੀਆ ਦੇ ਸ਼ਾਮ ਦੇ 7:15 ਤੋਂ ਲੈ ਕੇ 8:15 ਵਜੇ ਤੱਕ ਹੁੰਦੀ। ਸ਼ਾਇਦ ਕੱਲ੍ਹ ਨੂੰ ਸੁਖਮਨੀ ਸਾਹਿਬ ਦੀ ਕਥਾ ਸਮਾਪਤ ਹੋ ਜਾਏਗੀ। ਪਰਸੋਂ ਤੋਂ ਫਿਰ ਆਪਾਂ ਜਿਹੜਾ ਨਿਤਨੇਮ ਦੀ ਕਥਾ ਸ਼ੁਰੂ ਕਰਾਂਗੇ। ਸੋ 24ਵੀਂ ਅਸ਼ਟਪਦੀ ਹੈ। श्लोक पूरा प्रभ आराध्या पूरा जाका नाम, नानक पूरा पाया पूरे के गुण गाओ। पूरा प्रभ आराध्या, पूरा जाका नाम, वो परमात्मा जिसका पूरा नाम है, जिहड़ा आप पूरा है। पूरा प्रभ आराध्य, आराध्य ने आराधना करनी, नाम जपना, पूजा करनी, याद करना। पूरा प्रभ आराध्य, जिन्हें पूरे परमात्मा की आराधना की, पूरा जाका नाम, जिसका नाम भी पूरा है। क्योंकि जिहड़ा आप पूरा है उसकी हर एक चीज़ पूरी होंदी है, उसकी हर एक चीज़ पूरी होंदी है।
ਪਰਮਾਤਮਾ ਪੂਰਾ ਹੈ। ਜੋ ਭਾਵ ਪਰਮਾਤਮਾ ਦੇ ਜੋ ਸ਼ਕਤੀਆਂ ਨੇ ਉਹੀ ਸ਼ਕਤੀਆਂ ਉਸ ਦੇ ਨਾਮ ਵਿੱਚ ਹਨ। ਪਰਮਾਤਮਾ ਦੇ ਵਿੱਚ ਜੋ ਸ਼ਕਤੀਆਂ ਨੇ ਉਹੀ ਉਹਦੇ ਨਾਮ ਵਿੱਚ ਸ਼ਕਤੀਆਂ ਨੇ, ਇਸ ਲਈ ਉਹਦਾ ਨਾਮ ਵੀ ਪੂਰਾ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਗੁਰੂ ਮਹਾਰਾਜ ਆਪਣੇ ਵੱਲੋਂ ਕਹਿੰਦੇ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਮ। ਮੈਂ ਪੂਰੇ ਪਰਮਾਤਮਾ ਦੀ ਅਰਾਧਨਾ ਕੀਤੀ ਹੈ ਜਿਸ ਦਾ ਪੂਰਾ ਨਾਂ ਹੈ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਕਿ ਗੁਰੂ ਮਹਾਰਾਜ ਕਹਿੰਦੇ ਮੈਨੂੰ ਉਸ ਪੂਰੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਇਸ ਲਈ ਮੈਂ ਉਸ ਪੂਰੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਅਸ਼ਟਪਦੀ ਉਹ ਆਪ ਤੇ ਗਾਉਂਦੇ ਹੀ ਨੇ। ਜਿਹੜਾ ਆਪ ਗਾਉਂਦਾ ਨਾ ਉਹ ਦੂਜੇ ਨੂੰ ਵੀ ਗਾਉਣ ਲਈ ਕਹਿੰਦਾ। ਇਹ ਦਰਗਾਹੀ ਹੁਕਮ ਹੈ ਬਈ ਜਿਹੜਾ ਆਪ ਨਾਮ ਜਪਦਾ ਹੈ ਉਹਨੇ ਦੂਜੇ ਨੂੰ ਵੀ ਜਪਵਾਉਣਾ। ਮੇਰਾ ਆਪ ਹੀ ਨਹੀਂ ਜਪੀ ਜਾਣਾ ਤੇ ਦੂਜੇ ਨੂੰ ਜਪਵਾਉਣਾ ਨਾ, ਉਹ ਸਵਾਰਥੀ ਬੰਦਾ ਹੁੰਦਾ। ਸਿੱਖ ਸਵਾਰਥੀ ਨਹੀਂ ਹੈ, ਇਹ ਤਾਂ ਦੂਜਿਆਂ ਲਈ ਵੀ ਕੰਮ ਕਰਦਾ ਹੈ। ਅਸੀਂ ਆਪ ਵੀ ਨਾਮ ਜਪਣਾ, ਦੂਸਰਿਆਂ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਦੇਣੀ ਹੈ। ਹੁਣ ਦੇਖੋ ਗੁਰੂ ਮਹਾਰਾਜ ਆਪ ਨਾਮ ਜਪਦੇ ਸਨ, ਹੁਣ ਸਾਨੂੰ ਅੱਗੇ ਕਹਿੰਦੇ ਨੇ, ਸਾਨੂੰ ਵੀ ਉਹੀ ਉਪਦੇਸ਼ ਦਿੰਦੇ ਨੇ, ਕਿਉਂਕਿ ਡਿਊਟੀਆਂ ਲੱਗੀਆਂ ਹੁੰਦੀਆਂ ਧਰੋਂ। ਇਹ ਅਸੂਲ ਹੈ ਕਿ ਆਪ ਵੀ ਜਪੋ ਦੂਜਿਆਂ ਨੂੰ ਵੀ ਜਪਾਓ, ਆਪ ਵੀ ਸ਼ੁਭ ਕੰਮ ਕਰੋ ਦੂਜਿਆਂ ਨੂੰ ਸ਼ੁਭ ਕੰਮ ਲਈ ਪ੍ਰੇਰੋ, ਆਪ ਵੀ ਮਿਹਨਤ ਕਰੋ ਦੂਜਿਆਂ ਨੂੰ ਮਿਹਨਤ ਲਈ ਪ੍ਰੇਰੋ। ਦੂਜੇ ਨੂੰ ਵੀ ਕਹਿਣਾ ਵੀ ਉਹਦਾ ਵੀ ਭਲਾ ਹੋ ਜਾਏ। ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਪੂਰੇ ਗੁਰੂ ਦਾ ਉਪਦੇਸ਼ ਸੁਣ, ਅਪਾਵਾ ਬਾਣੀ ਸੁਣ। ਇਹ ਬਾਣੀ ਪੂਰੇ ਗੁਰੂ ਦਾ ਉਪਦੇਸ਼ ਹੀ ਹੈ। ਕਹਿੰਦੇ ਇਸ ਨੂੰ ਸੁਣ। ਪਾਰ ਬ੍ਰਹਮ ਨਿਕਟ ਕਰ ਪੇਖ, ਪਰਮਾਤਮਾ ਨੂੰ ਨੇੜੇ ਕਰਕੇ ਵੇਖ। ਵੇਖ ਹੁੰਦਾ ਵੇਖਣ, ਪਰਮਾਤਮਾ ਨੂੰ ਨੇੜੇ ਵੇਖ। ਇਹ ਨਾ ਸੋਚੀ ਪਰਮਾਤਮਾ ਕਿਤੇ ਦੂਰ ਬੈਠਾ ਹੈ। ਉਹ ਤੇ ਨੇੜੇ ਹੁਣ ਤੇ ਨੇੜਾ, ਉਹ ਤੇ ਨਜ਼ਦੀਕ ਤੋਂ ਨਜ਼ਦੀਕ ਹੈ। ਹੱਥ ਪੈ ਨੇੜਾ, ਉਹ ਤੇ ਹੱਥ ਤੋਂ ਵੀ ਨੇੜੇ ਹੈ, ਕਿਉਂਕਿ ਅੰਦਰ ਵਸਦਾ ਹੈ। ਕਹਿੰਦੇ ਉਹਨੂੰ ਨੇੜੇ ਕਰਕੇ ਸਮਝਣਾ। ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਸੁਣਨਾ ਅਤੇ ਪਰਮਾਤਮਾ ਨੂੰ ਨੇੜੇ ਸਮਝ ਕੇ ਵੇਖਣਾ। ਸਾਸ ਸਾਸ ਸਿਮਰੋ ਗੋਬਿੰਦ। ਕਹਿੰਦੇ ਭਾਈ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰੋ। ਸਾਹ ਲੈਂਦਿਆਂ ਵੀ ਕਹੋ ਵਾਹਿਗੁਰੂ, ਸਾਹ ਛੱਡਦਿਆਂ ਵੀ ਕਹੋ ਵਾਹਿਗੁਰੂ। ਇਹਨੂੰ ਕਹਿੰਦੇ ਸਾਸ ਗਿਰਾਸ। ਸਾਸ ਗਿਰਾਸ ਧਿਆਏ ਜੋ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਹੜਾ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦਾ ਗੁਰੂ ਨੂੰ ਤਾਂ ਉਹੀ ਸਿੱਖ ਚੰਗਾ ਲੱਗਦਾ। ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਨਾਮ ਜਪੀ ਜਾਣਾ। ਜਿੰਨਾ ਸਮਾਂ ਜਿਵੇਂ ਅੰਮ੍ਰਿਤ ਵੇਲੇ ਵੇਲ ਹੈ, ਅਜੇ ਕੰਮ ਸੰਸਾਰਕ ਸ਼ੁਰੂ ਨਹੀਂ ਹੋਇਆ, ਅਜੇ ਡਿਊਟੀਆਂ ਸ਼ੁਰੂ ਨਹੀਂ ਹੋਈਆਂ, ਅਜੇ ਦੁਕਾਨਾਂ ਨਹੀਂ ਖੁੱਲ੍ਹੀਆਂ, ਦਫ਼ਤਰ ਨਹੀਂ ਖੁੱਲ੍ਹੇ, ਸਕੂਲ ਕਾਲਜ ਨਹੀਂ ਖੁੱਲ੍ਹੇ। ਇਸ ਲਈ ਫਿਰ ਸਵੇਰੇ ਜਿੰਨਾ ਸਮਾਂ ਮਿਲੇ ਸਵੇਰੇ ਉੱਠੇ ਨਹਾ ਧੋ ਕੇ ਭਜਨ ਬੰਦਗੀ ਕਰਨੀ ਚਾਹੀਦੀ। ਹਾਂ ਸਰੀਰ ਆਗਿਆ ਨਹੀਂ ਦਿੰਦਾ, ਉਹ ਗੱਲ ਵੱਖਰੀ ਹੈ। ਕਈ ਵਾਰੀ ਸਰੀਰ ਚੌਂਕੜੀ ਮਾਰਨ ਦੀ ਆਗਿਆ ਨਹੀਂ ਦਿੰਦਾ। ਇਸ ਲਈ ਅੱਜ ਕੱਲ੍ਹ ਤਾਂ ਕੁਰਸੀਆਂ ਦਾ ਪ੍ਰਬੰਧ ਹੈਗਾ, ਸੋਫਿਆਂ ਦਾ ਪ੍ਰਬੰਧ ਹੈਗਾ, ਉਸ 'ਤੇ ਬੈਠ ਜਾਓ। ਹੱਠ ਨਹੀਂ ਕਰਨਾ। ਉਧਰੋਂ ਗੋਡੇ ਦੁਖ ਰਹੇ ਨੇ ਤੁਸੀਂ ਹੱਠ ਕਰੀ ਚੌਂਕੜੀ ਮਾਰਨ ਦਾ, ਉਹ ਸਿਆਣਪ ਨਹੀਂ ਹੁੰਦੀ ਹੈ। ਹੱਠ ਨਹੀਂ ਕਰਨਾ, ਮੁੱਖ ਉਦੇਸ਼ 'ਤੇ ਭਜਨ ਬੰਦਗੀ ਕਰਨਾ, ਜਿਵੇਂ ਵੀ ਸਰੀਰ ਆਗਿਆ ਦੇਵੇ। ਹੁਣ ਪੁਰਾਣੇ ਜ਼ਮਾਨੇ ਦੇ ਵਿੱਚ ਦਰਿਆਵਾਂ 'ਤੇ ਜਾ ਕੇ ਲੋਕ ਨਹਾਇਆ ਕਰਦੇ ਸਨ। ਨਲਕੇ ਨੁਲਕੇ ਤਾਂ ਹੁੰਦੇ ਕੋਈ ਨਹੀਂ ਸਨ। ਜਾਂ ਖੂਹ 'ਤੇ ਜਾ ਕੇ ਨਹਾਉਣਾ ਅਤੇ ਜਾਂ ਕੋਈ ਜਿਹੜੇ ਦਰਿਆ ਨੇੜੇ ਲੱਗਦਾ ਨਹਾਉਣਾ। ਅਤੇ ਦਰਿਆ ਦਾ ਪਾਣੀ ਦੇ ਗੜੇ ਵਰਗਾ ਠੰਡਾ ਹੁੰਦਾ, ਉਸੇ ਹਰ ਇੱਕ ਨਹਾ ਹੀ ਨਹੀਂ ਸਕਦਾ। ਆਹ ਨਹਿਰ ਸਤਲੁਜ ਦਰਿਆ ਤੋਂ ਕਿੰਨੀ ਦੂਰ ਆਪਣੀ ਆ ਭਾਖੜਾ ਨਹਿਰ, ਕਿੰਨਾ ਠੰਡਾ ਪਾਣੀ ਹੈ। ਇਹਦੇ ਕੰਢੇ 'ਤੇ ਲੱਗਿਆ ਹੈ ਨਲਕਾ, ਉਹ ਵੀ ਠੰਡਾ ਪਾਣੀ ਦੇ ਰਿਹਾ ਹੈ। ਅਤੇ ਉਹ ਜਿੱਥੇ ਪਹਾੜਾਂ ਦੇ ਕੋਲ ਜਿੱਥੇ ਦਰਿਆ ਚੱਲ ਰਿਹਾ ਉਹਦਾ ਕਿੰਨਾ ਪਾਣੀ ਠੰਡਾ ਹੋਏਗਾ, ਬਹੁਤ ਠੰਡਾ ਪਾਣੀ ਹੁੰਦਾ।
ਜਿਵੇਂ ਹੇਮਕੁੰਟ ਸਾਹਿਬ ਜਿਹੜੇ ਗਏ, ਦੇਖੋ ਫਿਰ ਸਰੋਵਰ ਝੀਲ ਦਾ ਪਾਣੀ ਕਿੰਨਾ ਠੰਡਾ। ਬਸ ਇੱਕ ਅੱਧੀ ਅਗਲਾ ਡੁਬਕੀ ਲਾਉਂਦਾ ਤੇ ਬਾਹਰ ਆ ਜਾਂਦਾ ਹੈ। ਉਹ ਵੀ ਤਾਂ ਲਾਉਂਦਾ ਹੈ ਕਿ ਉਹ ਦਸਵੇਂ ਪਾਤਸ਼ਾਹ ਵੱਲ ਉਹਦਾ ਧਿਆਨ ਹੁੰਦਾ ਵੀ ਮੈਂ ਐਡੀ ਦੂਰੋਂ ਆਇਆ, ਦਸਮ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨਾ, ਉਹਦੇ ਸਥਾਨ ਦੇ ਕਰਨਾ, ਧਿਆਨ ਉਹਦਾ ਇਸ ਗੱਲ ਵੱਲ ਹੁੰਦਾ ਹੈ ਅਤੇ ਇਸ ਲਈ ਉਹ ਡੁਬਕੀ ਲਾ ਲੈ। ਜੇ ਉਹਦਾ ਕਿ ਧਿਆਨ ਪਾਣੀ ਵੱਲ ਚੱਲਿਆ ਨਾ ਵੀ ਇੰਨਾ ਠੰਡਾ, ਅਤੇ ਫਿਰ ਸ਼ਾਇਦ ਮੇਰੇ ਬਾਹਰ ਹੀ ਖੜ੍ਹਾ ਰਹੇ। ਜਦੋਂ ਮੈਂ ਪਹਿਲੀ ਵਾਰੀ ਹੇਮਕੁੰਟ ਸਾਹਿਬ ਗਿਆ ਤਾਂ ਚੜ੍ਹਾਈ ਚੜ੍ਹਦਿਆਂ ਪਸੀਨਾ ਤਾਂ ਆਉਂਦਾ ਹੀ ਹੈ। ਬੜੇ ਹੋਣ ਕਰਕੇ ਮੈਂ ਕਿਹਾ ਵੀ ਗਰਮ ਸਰਦ ਨਾ ਕਿਤੇ ਹੋ ਜਾ, ਵੀ ਪਸੀਨਾ ਆਇਆ ਅਤੇ ਬਰਫ਼ ਵਰਗਾ ਠੰਡਾ ਪਾਣੀ ਹੈ। ਉਹ ਤਾਂ ਇੱਕ ਫੌਜੀ ਭਾਈ ਸੀ, ਉਹ ਮੈਨੂੰ ਕਹਿੰਦਾ ਜੀ ਉਡੀਕ ਨਾ ਕਰੋ, ਜੇ ਸਰੀਰ ਤੁਹਾਡਾ ਠੰਡਾ ਹੋ ਗਿਆ ਤੁਸੀਂ ਨਹਾ ਹੀ ਨਹੀਂ ਸਕਣਾ। ਉਹਨੇ ਮੇਰੀ ਜਿਹੜੀ ਹੈ ਕੋਟੀ ਉਹਨੇ ਲਾਉਣੀ ਸ਼ੁਰੂ ਕਰਤੀ, ਕੱਪੜੇ ਲਾਉਣੇ ਸ਼ੁਰੂ ਕਰਤੇ ਨਾਲ ਵੀ ਛੇਤੀ। ਫਿਰ ਮੈਨੂੰ ਕਹਿੰਦਾ ਹੌਲੀ ਹੌਲੀ ਦੇ ਵਿੱਚ ਵੜਨਾ, ਫਟਾਫਟ ਉੱਥੇ ਤੱਕ ਚਲੇ ਜਾਓ ਜਿੱਥੇ ਲੱਖ ਲੱਖ ਤੁਹਾਡੇ ਪਾਣੀ ਆ ਜਾਏ, ਹੈ ਬਸ ਡੁਬਕੀ ਲਾਓ ਅਤੇ ਬਸ ਬਾਹਰ ਆ ਜਾਓ। ਬਾਹਰ ਫਿਰ ਉੱਥੇ ਜਿਹੜਾ ਹੈ ਅੱਗ ਬਲ ਰਹੀ ਸੀ, ਉੱਥੇ ਅੱਗ ਦੇ ਕੋਲ ਸਾਨੂੰ ਬਿਠਾ ਦਿੱਤਾ ਗਿਆ, ਕੰਬਲ ਦੇ ਦਿੱਤੇ ਉੱਤੇ, ਤੱਤਾ ਜਿਹੜੇ ਹੈ ਗਰਮ ਗਰਮ ਚਾਹ ਪਿਲਾਈ, ਖਾਣ ਨੂੰ ਉਹਨੇ ਕੀ ਦਿੱਤੀ ਜੀ, ਹਾਂ ਖਿਚੜੀ ਸੀ, ਅਤੇ ਉਹ ਫਿਰ ਹੌਲੀ ਠੰਡ ਲੱਗ ਗਈ। ਸੋ ਇਸ ਲਈ ਉਹ ਜਿਹੜਾ ਹੈ ਹੁਣ ਦੇਖੋ ਉਹਨੂੰ ਗਿਆਨ ਸੀ, ਪਹਿਲਾਂ ਆਇਆ ਹੁਣ ਉਹਨੇ ਸਹਾਇਤਾ ਕੀਤੀ। ਇਸੇ ਤਰ੍ਹਾਂ ਸਿੱਖ ਨੇ ਦੂਜੇ ਦੀ ਸਹਾਇਤਾ ਕਰਨੀ ਹੈ। ਉਹਨੂੰ ਅਗਰ ਗਿਆਨ ਹੈ ਤਾਂ ਉਸ ਗਿਆਨ ਨੂੰ ਦੂਜੇ 'ਚ ਵੰਡਣਾ ਹੈ। ਇਸ ਲਈ ਕਹਿੰਦੇ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪੇਖ ਹੁੰਦਾ ਦੇਖੋ, ਖੱਖੇ ਨੂੰ ਉਂਕਲ ਆਈ ਹੈ, ਹੁਕਮ ਕੀਤਾ, ਜਿਵੇਂ ਲੇਹੋ ਲੈ ਲਓ, ਪੇਖ ਜੇ ਉਂਝ ਪੜ੍ਹਨਾ ਹੁੰਦਾ ਫਿਰ ਆਪਾਂ ਬੋਲਦੇ ਪੇਖੋ ਭਾਵ ਦੇਖੋ। ਹੁਣ ਖੱਖੇ ਨੂੰ ਉਂਕਲ ਬੋਲਦਾ ਨਹੀਂ, ਇਸ ਲਈ ਆਪਾਂ ਇਸ ਨੂੰ ਪੜ੍ਹਨਾ ਪੇਖ। ਪੇਖ ਮੈਨੇ ਦੇਖ, ਪਰਮਾਤਮਾ ਨੂੰ ਨੇੜੇ ਕਰਕੇ ਦੇਖ, ਉਹਨੂੰ ਦੂਰ ਨਾ ਸਮਝ। ਸਾਸ ਸਾਸ ਸਿਮਰੋ ਗੋਬਿੰਦ, ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰੋ। ਇਹ ਹੁਕਮ ਹੈ, ਇਹ ਗੁਰੂ ਮਹਾਰਾਜ ਦਾ ਸਿੱਖ ਨੂੰ ਹੁਕਮ ਹੈ। ਦੇਖਣ ਨੂੰ ਇਹ ਉਪਦੇਸ਼ ਹੈ, ਪਰ ਅਸਲ 'ਚ ਗੁਰਬਾਣੀ ਸਿੱਖ ਲਈ ਹੁਕਮ ਹੈ। ਤਾਂ ਹੀ ਕਹਿੰਦੇ ਨੇ ਅੱਜ ਦਾ ਹੁਕਮਨਾਮਾ ਕੀ ਹੈ, ਇਹ ਹੁਕਮ ਹੈ। ਜਿਵੇਂ ਸਰਕਾਰ ਦਾ ਹੁਕਮ ਨਾ ਮੰਨੀਏ ਤਾਂ ਸਜ਼ਾ ਮਿਲਦੀ ਹੈ ਨਾ, ਇਹ ਪਰਮਾਤਮਾ ਨੇ ਬਾਣੀ ਰਾਹੀਂ ਸਾਨੂੰ ਹੁਕਮ ਕੀਤਾ ਹੈ ਕਿ ਤੁਸੀਂ ਆਹ ਕਰਨਾ, ਨਹੀਂ ਕਰਾਂਗੇ ਤਾਂ ਫਿਰ ਉਹਨੇ ਆਪਣਾ ਡਿਪਾਰਟਮੈਂਟ ਹੈ, ਉਹ ਯਮਰਾਜ ਹੈ ਕਿ ਉਹਦੇ ਬੰਦੇ ਨੇ, ਫਿਰ ਉਹ ਸਾਡਾ ਜੋ ਕੁਛ ਹੈਗਾ ਉੱਥੇ ਪਹਿਲੇ ਹੀ ਰਜਿਸਟਰ ਲਿਖਿਆ ਹੋਇਆ ਹੈ, ਉਹਨਾਂ ਪੜ੍ਹੀ ਜਾਣਾ, ਕੁੱਟੀ ਜਿੱਤਰੇ ਜਾਣਾ। ਜੇ ਭਾਈ ਚੰਗੇ ਕੰਮ ਕੀਤੇ ਨੇ, ਭਜਨ ਬੰਦਗੀ ਕਰਨੇ, ਫਿਰ ਧਰਮਰਾਜ ਨਾਲ ਕੋਈ ਲੈਣੇ ਦੇਣੀ ਨਹੀਂ ਹੁੰਦਾ। ਧਰਮਰਾਜ ਤਾਂ ਸਮਝੋ ਜੱਜ ਹੈ, ਅਤੇ ਯਮਰਾਜ ਜਿਹੜਾ ਹੈ ਉਹ ਪੁਲਿਸ ਦਾ ਸਭ ਤੋਂ ਵੱਡਾ ਆਫਿਸਰ ਹੈ, ਅਤੇ ਜਮ ਜਿਹੜੇ ਨੇ ਇਹ ਸਮਝੋ ਸਿਪਾਹੀ ਨੇ। ਅਤੇ ਜਿਹਨੂੰ ਸਿਪਾਹੀ ਲੈ ਜਾਣ ਫੜ ਕੇ, ਉਹਨੂੰ ਫਿਰ ਜੱਜ ਦੇ ਪੇਸ਼ ਹੋਣਾ ਹੀ ਪੈਂਦਾ। ਉਹ ਫੜ ਕੇ ਇਸ ਲਈ ਲੈ ਕੇ ਗਏ ਨੇ। ਪਹਿਲਾਂ ਤਾਂ ਆਪ ਤੌਣੀ ਲਾਉਂਦੇ ਨੇ ਚੰਗੀ ਤਰ੍ਹਾਂ, ਫਿਰ ਜੱਜ ਤੋਂ ਰਿਮਾਂਡ ਲੈ ਲੈਂਦੇ, ਫਿਰ ਕੁਟਾਪਾ ਕਰਦੇ ਨੇ, ਫਿਰ ਜੱਜ ਜਿਹੜਾ ਹੈ ਉਹ ਸਜ਼ਾ ਦਿੰਦਾ ਹੈ। ਉਸੇ ਤਰ੍ਹਾਂ ਪਹਿਲਾਂ ਜਮਦੂਤ ਰਾਹ 'ਚ ਹੀ ਕੁੱਟਦੇ ਜਾਂਦੇ ਨੇ। ਮੈਂ ਵੀ ਬਿਲਕੁਲ ਇਹ ਬਿਲਕੁਲ ਡਿਪਾਰਟਮੈਂਟ ਇੱਕੋ ਜਿਹਾ ਹੀ ਹੈ। ਪੁਲਿਸ ਵਾਲੇ ਵੀ ਜੱਜ ਕੋਲੇ ਪੇਸ਼ ਕਰਦੇ ਪਹਿਲਾਂ ਤਾਂ ਕੁਟਾਪਾ ਖੂਬ ਕਰਦੇ ਨੇ, ਹਾਂ ਤੂੰ ਕੀਤਾ ਹੈ, ਉਹ ਕਹਿੰਦਾ ਹਾਂ ਕੀਤਾ। ਫਿਰ ਜੱਜ ਨੂੰ ਜਾ ਕੇ ਦੱਸ ਦੇਣਾ, ਹਾਂ ਜੀ ਇਹਨੇ ਆਹ ਕੀਤਾ, ਮੰਨਦਾ ਹੈ, ਅਜੇ ਪੂਰਾ ਨਹੀਂ ਦੱਸ ਰਿਹਾ, ਸਾਨੂੰ ਰਿਮਾਂਡ ਦਿਓ। ਜਿੰਨੇ ਦਿਨ ਦਾ ਮੰਗਦੇ ਨੇ ਜੱਜ ਉਹਨੇ ਦਿਨ ਦਾ ਨਹੀਂ ਦਿੰਦਾ ਹੁੰਦਾ, ਇਸ ਲਈ ਵੱਧ ਮੰਗ ਲੈਂਦੇ ਨੇ ਵੀ ਉਹਨੂੰ ਥੋੜ੍ਹਾ, ਕਿਉਂਕਿ ਜੇ ਪੁਲਿਸ ਆਪਣੀ ਆਈ ਤੇ ਆ ਜਾਏ ਨਾ, ਇਹ ਤਾਂ ਘੰਟੇ 'ਚ ਹੀ ਸਭ ਕੁਝ ਮਨਵਾ ਲੈਂਦੇ ਹੁੰਦੇ ਹਨ, ਉਹ ਇੰਨੇ ਦਿਨਾਂ ਦੀ ਤਾਂ ਲੋੜ ਹੀ ਨਹੀਂ ਪੈਂਦੀ। ਐਂ ਹੀ ਜਿਵੇਂ ਫਿਰ ਇਸ ਤਰ੍ਹਾਂ ਜਿਹੜੇ ਜਦੋਂ ਮਾੜੇ ਕੰਮ ਕੀਤੇ ਹੁੰਦੇ ਜਮਦੂਤ ਹੀ ਕੁੱਟੀ ਜਾਂਦੇ ਰਾਹ 'ਚ, ਅੱਗੇ ਫਿਰ ਜਿਹੜਾ ਹੈ ਯਮਰਾਜ ਹੈ, ਧਰਮਰਾਜ ਹੈ, ਉੱਥੇ ਫਿਰ ਉਹਦੇ ਅਨੁਸਾਰ ਫਿਰ ਸਜ਼ਾਵਾਂ ਮਿਲਦੀਆਂ। ਇਹ ਸਾਰਾ ਕੋਈ ਬਾਣੀ 'ਚ ਲਿਖਿਆ ਹੋਇਆ, ਕਿਤੇ ਐਵੇਂ ਨਾ ਸਮਝੇ ਐਵੇਂ ਹੀ ਨੇ ਜੀ, ਇਹ ਤਾਂ ਡਰਾਉਣ ਲਈ ਕਈ ਨਾ ਜੀ, ਕੋਈ ਧਰਮਰਾਜ ਨਹੀਂ, ਕੋਈ ਯਮਰਾਜ, ਇਹ ਤਾਂ ਐਵੇਂ ਮਨੁੱਖ ਨੂੰ ਡਰਾਉਣ ਲਈ ਵੀ ਚੰਗਾ ਬਣਿਆ ਰਹੇ। ਜੇ ਅਸੀਂ ਇਸ ਤਰ੍ਹਾਂ ਕਹਾਂਗੇ ਤਾਂ ਮਤਲਬ ਫਿਰ ਗੁਰੂ ਨੇ ਝੂਠ ਲਿਖਿਆ ਹੈ, ਅਤੇ ਜਿਹੜਾ ਝੂਠ ਬੋਲਦਾ ਗੁਰੂ ਬਣਦਾ ਯੋਗ ਹੀ ਨਹੀਂ ਹੁੰਦਾ।
ਉਹ ਤਾਂ ਫਿਰ ਸੱਚ ਨਾਲ ਜੁੜਿਆ ਹੀ ਨਾ। ਜਿਹੜਾ ਸੱਚ ਨਾਲ ਜੁੜਿਆ ਹੋਇਆ ਉਹ ਤਾਂ ਸੱਚ ਹੀ ਬੋਲੇਗਾ। ਸਾਹ ਸਾਹ ਸਿਮਰੋ ਗੋਬਿੰਦ, ਹਰ ਸਵਾਸ ਨਾਲ ਪਰਮਾਤਮਾ ਦਾ ਨਾਮ ਜਪੋ। ਕਈ ਤਾਂ ਕਹਿੰਦੇ ਵਾਹਿਗੁਰੂ 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 ਵਾਹਿਗੁਰੂ, ਸਾਹ ਲਿਆ ਕਿਹਾ ਵਾਹਿਗੁਰੂ, ਸਾਹ ਛੱਡਿਆ ਵਾਹਿਗੁਰੂ। ਕਈ ਕਹਿੰਦੇ ਭਾਈ ਸਾਹ ਲਓ ਕੋ ਵਾਹੇ, ਛੱਡੋ ਗੁਰੂ, ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਕਰ ਲਓ, ਮਤਲਬ ਤੇ ਨਾਮ ਜਪਣ ਤੋਂ। ਸਾਹ ਸਵਾਸ ਕਹਿਣ ਤੋਂ ਭਾਵ ਵੀ ਹਰ ਵਕਤ, ਜਿਵੇਂ ਸਾਹ ਹਰ ਵਕਤ ਚੱਲਦਾ ਹੈ, ਬਈ ਹਰ ਵਕਤ ਹੀ ਪਰਮਾਤਮਾ ਦਾ ਨਾਮ ਜਪੋ। ਨਾਮ ਕਈ ਜਪਦੇ ਨਹੀਂ, ਕਹਿੰਦੇ ਹਰ ਵਕਤ ਕਿਵੇਂ ਜਪਿਆ ਜਾ ਸਕਦਾ ਹੈ। ਮੈਂ ਵੀ ਹੁਣ ਬਾਣੀ 'ਚ ਝੂਠ ਤਾਂ ਲਿਖਿਆ ਨਹੀਂ, ਗੁਰੂ ਮਹਾਰਾਜ ਨੇ ਪਹਿਲਾਂ ਪ੍ਰੈਕਟੀਕਲ ਕੀਤਾ, ਫਿਰ ਉਸ ਨੂੰ ਲਿਖਿਆ। ਉਹਨਾਂ ਨੂੰ ਪਤਾ ਨਾਮ ਜਪਿਆ ਜਾ ਸਕਦਾ ਹੈ, ਤਾਂ ਉਹਨਾਂ ਕਿਹਾ। ਅਸੰਭਵ ਤਾਂ ਉਹਨਾਂ ਲਿਖਣੀ ਨਹੀਂ ਸੀ। ਜੋ ਬਾਣੀ 'ਚ ਲਿਖਿਆ ਸਭ ਸੰਭਵ ਹੈ, ਇਹ ਸਭ ਹੋ ਸਕਦਾ ਹੈ, ਅਗਰ ਗੁਰੂ ਦੀ ਕਿਰਪਾ ਹੋਵੇ ਤਾਂ ਬੰਦਾ ਕਰਨਾ ਚਾਹੇ। ਉਹ ਜੀ ਦਫ਼ਤਰ ਦਾ ਕੰਮ ਫਿਰ ਕੌਣ ਕਰੇਗਾ? ਮੈਂ ਜੇ ਵੈਗਰੂ ਕਰਦੇ ਰਿਹਾ। ਉਹ ਜੀ ਬੈਂਕ 'ਚ ਪੈਸੇ ਕਿਵੇਂ ਗਿਣਾ ਜੀ? ਉਹ ਭਲਿਆ ਮਾਨਸਾ, ਤੂੰ ਕਰਦਾ ਨਹੀਂ, ਕਰਾਉਂਦਾ ਨਹੀਂ, ਉਈਂ ਹੀ ਕਹੀ ਜਾਂਦੇ। ਤੂੰ ਕਰਕੇ ਤਾਂ ਦੇਖ, ਤੂੰ ਕਰਕੇ ਤਾਂ ਦੇਖ। ਪਹਿਲਾਂ ਜਿੰਨਾ ਵਿਹਲਾ ਸਮਾਂ ਉਹਨਾਂ ਕਰ ਲੈ, ਪਹਿਲਾਂ ਉਹ ਪਕਾ। ਇਹ ਨਹੀਂ ਕਿ ਪਹਿਲੇ ਦਿਨ ਜਾ ਕੇ ਬੈਂਕ 'ਚ ਵੈਗਰੂ ਲੈ ਜਾਏ ਕਰਨ, ਤੇ ਗਾਹਕ ਕਹਿ ਜੀ ਠਹਿਰ ਜੋ, ਮੈਂ ਵੈਗਰੂ ਕਰ ਰਿਹਾ ਹਾਂ। ਪਹਿਲਾਂ ਜਿੰਨਾ ਸਮਾਂ ਫਾਲਤੂ ਵਿਹਲਾ ਮਿਲਦਾ ਉਹਨੂੰ ਯੂਟੀਲਾਈਜ਼ ਕਰਨਾ। ਸਾਨੂੰ ਤਾਂ ਸਮਾਂ ਹੀ ਨਹੀਂ ਵਰਤਣਾ ਹੁੰਦਾ ਹੈ। ਸਮਾਂ ਹੀ, ਜਿੰਨਾ ਸਮਾਂ ਮਿਲਿਆ ਹੈ ਉਹਦੀ ਵਰਤੋਂ ਨਹੀਂ ਕਰਨੀ ਹੁੰਦੀ। ਮਨੁੱਖ ਨੂੰ ਜੋ ਮਿਲਿਆ ਵੇ ਦੇਖੋ ਉਹਦੀ ਕੁਵਰਤੋਂ ਕਰਦਾ ਹੈ। ਸਮਾਂ ਮਿਲਿਆ ਕੁਵਰਤੋਂ ਕਰਦਾ ਹੈ। ਤੰਦਰੁਸਤੀ ਮਿਲੀ ਹੈ ਕੁਵਰਤੋਂ ਕਰਦਾ ਹੈ। ਲੜਦਾ ਹੈ, ਝਗੜਦਾ ਹੈ, ਕੁੱਟਦਾ ਹੈ, ਮਾਰਦਾ ਹੈ, ਡਾਕੇ ਮਾਰਦਾ ਹੈ, ਕਤਲ ਕਰਦਾ, ਕਿਉਂਕਿ ਤੰਦਰੁਸਤ ਹੈ। ਬਿਮਾਰ ਕਿੱਥੋਂ ਕਰੇਗਾ? ਬੰਦੇ ਕੋਲ ਸਮਾਂ, ਉਹਦੀ ਇਹਨੂੰ ਵਰਤੋਂ ਕਰਨੀ ਨਹੀਂ ਆਉਂਦੀ। ਧਨ ਹੈ, ਉਹਦੀ ਇਹਨੂੰ ਵਰਤੋਂ ਕਰਨੀ ਨਹੀਂ ਆਉਂਦੀ। ਇਹਦੇ ਕੋਲ ਸਿਹਤ ਹੈ, ਉਹਦੀ ਇਹਨੂੰ ਵਰਤੋਂ ਨਹੀਂ ਕਰਨੀ ਆਉਂਦੀ। ਇਸ ਲਈ ਦੁੱਖ ਹੀ ਦੁੱਖ ਹੈ। ਮਨੁੱਖ ਕੁਚੱਜਾ ਹੋ ਗਿਆ। ਕੁਚੱਜੇ ਲੋਕ ਆਪ ਵੀ ਦੁਖੀ ਰਹਿੰਦੇ ਨੇ ਅਤੇ ਸਮਾਜ ਨੂੰ ਵੀ ਦੁਖੀ ਕਰਦੇ ਹਨ। ਕਹਿੰਦੇ ਸਵਾਸ ਸਵਾਸ ਸਿਮਰਨ ਕਰੋ, ਮਨ ਅੰਤਰ ਕੀ ਉਤਰੈ ਚਿੰਦ। ਤੁਹਾਡੇ ਮਨ ਦੇ ਅੰਦਰ, ਅੰਤਰ ਮੈਨੇ ਅੰਦਰ, ਤੁਹਾਡੇ ਮਨ ਦੇ ਅੰਦਰ ਕੀ ਮੈਨੇ ਦੀ, ਤੁਹਾਡੇ ਮਨ ਦੇ ਅੰਦਰ ਦੀ ਉਤਰੈ ਚਿੰਦ। ਚਿੰਦ ਮੈਨੇ ਚਿੰਤਾ। ਤੁਹਾਡੇ ਮਨ 'ਚ ਜੋ ਚਿੰਤਾ ਨਾ ਉਹ ਖਤਮ ਹੋ ਜਾਏਗੀ। ਅੱਜ ਮਨੁੱਖ ਚਿੰਤਾਵਾਂ ਨਾਲ ਘਿਰਿਆ ਹੋਇਆ ਹੈ। ਅੱਜ ਚਿੰਤਾਵਾਂ ਨਾਲ ਘਿਰਿਆ ਹੋਇਆ ਹੈ, ਉਹਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ ਹੈ। ਗੁਰੂ ਮਹਾਰਾਜ ਕੇ ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਤੁਹਾਡੀ ਚਿੰਤਾ ਖਤਮ ਹੋ ਜਾਏਗੀ। ਤੁਸੀਂ ਕੋਈ ਐ ਕਿਵੇਂ ਹੋ ਜਾਏਗੀ ਜੀ? ਚਿੰਤਾ ਲੱਗੀ ਹੈ ਵੀ ਲੜਕੀ ਜਵਾਨ ਹੈ, ਉਹਦਾ ਵਿਆਹ ਕਰਨਾ, ਕਈ ਵੈਗਰੂ ਵੈਗਰੂ ਕਰੀ ਜਾਓ, ਚਿੰਤਾ ਖਤਮ ਹੋਏ। ਚਿੰਤਾ ਤਾਂ ਉਦੋਂ ਖਤਮ ਹੋਏ ਜਦੋਂ ਵਿਆਹ ਹੋਏਗਾ। ਜੇ ਤੁਸੀਂ ਨਾਮ ਜਪੀ ਜਾਓਗੇ, ਜਪੀ ਜਾਓਗੇ, ਜਪੀ ਜਾਓਗੇ, ਪਰਮਾਤਮਾ ਤੁਹਾਡੇ ਕਾਰਜ ਰਾਸ ਕਰ ਦੇਗਾ, ਕੁੜੀ ਦੀ ਸ਼ਾਦੀ ਕਰ ਦੇਗਾ, ਤੁਸੀਂ ਨਿਸ਼ਚਿੰਤ ਹੋ ਜਾਓਗੇ। ਹੁਣ ਤਾਂ ਸਗੋਂ ਵਿਆਹ ਤੋਂ ਬਾਅਦ ਚਿੰਤਾਵਾਂ ਵੱਧ ਗਈਆਂ ਨੇ। ਬੰਦਾ ਸੋਚਦਾ ਹਾਂ ਜੀ ਮੈਂ ਕੁੜੀ ਦਾ ਵਿਆਹ ਕਰ ਲਾ, ਗੰਗਾ ਨਹਾ ਲਾਂਗਾ। ਨਾ, ਮੈਂ ਕੋਈ ਗੰਗਾ ਮੈਲੀ ਹੋ ਗਈ ਹੁਣ ਨਹੀਂ ਹੁੰਦਾ। ਉਹਦੀ ਪਤਾ ਲੱਗ ਜਾ ਜਦੋਂ ਤੇਰੀ ਕੁੜੀ ਦਾ ਟੈਸਟ ਜਾ ਕੇ 15 ਦਿਨ ਬਾਅਦ ਪੇਕੇ ਆ ਜਾਣਾ। ਹੋ ਗਈ ਸ਼ੁਰੂ, ਦੁਬਾਰਾ ਚਿੰਤਾ ਸ਼ੁਰੂ ਹੋ ਗਈ। ਨਾਮ ਜਪੀ ਜਾਓ, ਆਪੇ ਪਰਮਾਤਮਾ ਫਿਰ ਤੁਹਾਡੇ ਕਾਰਜ ਰਾਸ ਕਰ ਦੇਗਾ, ਚਿੰਤਾ ਖਤਮ ਹੋ ਜਾਏਗੀ। ਆਸ ਅਨਿਤ ਤਿਆਗੋ ਤਰੰਗ। ਨਿਤ ਹੁੰਦਾ ਸਦਾ ਰਹਿਣ ਵਾਲੀ, ਅਨਿਤ ਹੁੰਦਾ ਜਿਹਨੇ ਸਦਾ ਨਹੀਂ ਰਹਿਣਾ। ਉਹ ਪਦਾਰਥ ਜਿਨ੍ਹਾਂ ਸਦਾ ਨਹੀਂ ਰਹਿਣਾ, ਉਹਨਾਂ ਦੀ ਇੱਛਾ ਛੱਡੋ। ਉਹਨੂੰ ਸਦਾ ਹੀ ਨਹੀਂ ਰਹਿਣਾ, ਉਹਦੀ ਕਦੇ ਇੱਛਾ ਕਰਨ ਦੀ ਕੀ ਲੋੜ ਹੈ? ਉਹਦੀ ਆਸ ਛੱਡੋ। ਤਿਆਗੋ ਤਰੰਗ। ਸਾਡੇ ਤਾਂ ਫੁਰਨੇ ਫੁਰਦੇ ਨੇ, ਫੁਰਨੇ ਆਉਂਦੇ ਰਹਿੰਦੇ ਨੇ, ਆਹ ਕਰਾਂਗੇ, ਆਹ ਕਰਾਂਗੇ, ਆਹ ਸੋਚਦੇ ਰਹਿੰਦੇ। ਕਹਿੰਦੇ ਜਿਹੜੇ ਨਾਸ਼ਵਾਨ ਚੀਜ਼ਾਂ ਦੀਆਂ ਆਸਾਂ ਨੇ ਅਤੇ ਉਹਨਾਂ ਦੇ ਜਿਹੜੇ ਫੁਰਨੇ ਆਉਂਦੇ, ਤਰੰਗਾਂ ਉੱਡਦੀਆਂ, ਉਹਨਾਂ ਨੂੰ ਛੱਡੋ।
ਮੈਨੂੰ ਤਾਂ ਨਾਸ਼ ਹੋ ਜਾਣਾ। ਉਹ ਕੁੜੀ, ਇੱਕ ਕੁੜੀ ਹੈ, ਉਹ ਡਿੱਗ ਪਈ, ਚੱਕਰ ਆ ਕੇ ਡਿੱਗ ਪਈ। ਡਿੱਗ ਪਈ ਹੈ, ਜਦੋਂ ਉੱਠੀ ਹੈ ਸੁਣਨਾ ਬੰਦ ਹੋ ਗਿਆ, ਸੁਣਨਾ ਬੰਦ ਹੋ ਗਿਆ, ਕੁਛ ਵੀ ਨਹੀਂ ਸੁਣਦਾ। ਹੁਣ 17 ਲੱਖ ਰੁਪਈਆ ਲੱਗਾ ਦਿੱਲੀ, ਉਹ ਵੀ ਕਹਿੰਦੇ 45 ਦਿਨਾਂ ਨੂੰ ਸੁਣਨਾ ਸ਼ੁਰੂ ਹੋਵੇਗਾ। ਉਹ ਆਪਰੇਸ਼ਨ ਤੋਂ ਬਾਅਦ ਉਹਦਾ ਸਾਰੀ ਸੋਚ ਹੀ ਬਦਲ ਗਈ, ਉਹਦੀ ਸੋਚ ਹੀ ਬਦਲ ਗਈ ਬਈ ਓਹੋ। ਸਭ ਤੋਂ ਜ਼ਰੂਰੀ ਤੰਦਰੁਸਤੀ ਹੁੰਦੀ ਹੈ ਜ਼ਿੰਦਗੀ 'ਚ। ਮਾਇਆ ਨਾਲ ਤੰਦਰੁਸਤੀ ਨਹੀਂ ਮਿਲਣੀ। ਮਾਇਆ ਨਾਲ ਦਵਾਈ ਤਾਂ ਮਿਲ ਜਾਂਦੀ ਹੈ, ਪਰ ਜ਼ਰੂਰੀ ਨਹੀਂ ਕਿ ਦਵਾਈ ਤੁਹਾਨੂੰ ਤੰਦਰੁਸਤ ਕਰੇ। ਫਿਰ ਤਾਂ ਮਰੇ ਹੀ ਕੋਈ ਨਾ, ਫਿਰ ਤਾਂ ਮਰੇ ਹੀ ਕੋਈ ਨਾ। ਨਹੀਂ, 7ਵੀਂ ਪੜ੍ਹਦੇ ਸੀ, ਟੀਚਰ ਨੇ ਕਿਹਾ ਹੈਲਥ ਇਜ਼ ਵੈਲਥ, ਤੰਦਰੁਸਤੀ ਹੀ ਧਨ ਹੈ। ਸਾਨੂੰ ਸਮਝ ਨਾ ਆਵੇ, ਬਥੇਰੀ ਕੋਸ਼ਿਸ਼ ਉਹਨੇ ਕੀਤੀ। ਕਹਿੰਦਾ ਜੇ ਤੁਸੀਂ ਛੋਟੇ ਹੋ, ਜਦ ਤੁਸੀਂ ਵੱਡੇ ਹੋਵੋਗੇ, ਕੁਝ ਕਮਾਉਣ ਲੱਗ ਜਾਵੋਗੇ, ਤੁਸੀਂ ਹੋ ਗਏ ਬਿਮਾਰ, ਹੁਣ ਕਮਾ ਸਕਦੇ ਨਹੀਂ। ਇੱਕ ਮਜ਼ਦੂਰ ਹੈ, ਕੋਈ ਮਿਸਤਰੀ ਹੈ, ਕੋਈ ਵੀ ਵਰਕਰ ਹੈ, ਉਹ ਬਿਮਾਰ ਹੋ ਗਿਆ ਔਰ ਦਿਹਾੜੀ 'ਤੇ ਨਹੀਂ ਜਾ ਸਕਦਾ। ਇੱਕ ਤਾਂ ਬਿਮਾਰੀ ਦੇ ਪੈਸੇ ਲੱਗਣਗੇ, ਇੱਕ ਆਮਦਨ ਨਾ ਰਹੀ। ਫਿਰ ਸੋਚਦੇ ਵੀ ਹਾਂ ਯਾਰ, ਅਸੀਂ ਤੰਦਰੁਸਤੀ ਦੀ ਕੀਮਤ ਹੀ ਨਹੀਂ ਪਾਈ। ਅਸਲ ਗੱਲ ਤਾਂ ਤੰਦਰੁਸਤੀ ਹੈ। ਤੰਦਰੁਸਤ ਬੰਦਾ ਕੁਝ ਨਾ ਕੁਝ ਕਰਕੇ ਕਮਾ ਕੇ ਖਾ ਲੇਗਾ। ਬਿਮਾਰ ਕੀ ਕਰੇਗਾ? ਬਿਮਾਰ ਤਾਂ ਦੂਸਰਿਆਂ 'ਤੇ ਬੋਝ ਹੁੰਦਾ ਹੈ। ਬਿਮਾਰ ਬੰਦਾ ਘਰਦਿਆਂ 'ਤੇ ਕੀ, ਸਮਾਜ 'ਤੇ ਕੀ, ਇੱਕ ਬੋਝ ਹੋ ਜਾਂਦਾ ਹੈ। ਤੰਦਰੁਸਤੀ ਹੈ। ਤੰਦਰੁਸਤ ਹੋਵਾਂਗੇ ਤਾਂ ਹੀ ਨਾਮ ਜਪਾਂਗੇ ਨਾ। ਮੰਨ ਲਓ ਗੋਡੇ ਖੜ੍ਹ ਗਏ ਨੇ, ਨਹੀਂ ਚੌਂਕੜੀ ਮਾਰ ਹੁੰਦੇ, ਉਹ ਦੁਖੀ ਜਾਂਦੇ ਨੇ। ਕਿਤੇ ਲੱਕ ਦੁਖ ਰਿਹਾ, ਕਿਤੇ ਧੌਣ ਦੁਖ ਰਹੀ ਹੈ, ਕਿਤੇ ਮੋਢੇ ਦੁਖ ਰਹੇ ਨੇ, ਕੁਛ ਨਾ ਕੁਛ ਦੁਖੀ ਜਾਂਦਾ ਬੰਦੇ ਦਾ। ਅਤੇ ਜੇ ਕੋਈ ਦੁਖੀ ਜਾ ਰਿਹਾ ਤਾਂ ਮਨ 'ਤੇ ਨਹੀਂ ਨਾ ਸਿਮਰਨ 'ਚ ਜੁੜੇਗਾ। ਬਦਕਿਸਮਤੀ ਮਨੁੱਖ ਦੀ ਹੈ ਕਿ ਜਦੋਂ ਇਹ ਤੰਦਰੁਸਤ ਹੈ ਉਦੋਂ ਭਜਨ ਬੰਦਗੀ ਕਰਦਾ ਨਹੀਂ। ਜਦੋਂ ਬਿਮਾਰ ਹੈ ਫਿਰ ਉਹਨੂੰ ਰੱਬ ਜਾਂਦਾ, ਹੁਣ ਕਰ ਨਹੀਂ ਹੁੰਦੀ। ਕਰਨੋ ਹੁਤੋ ਸੋ ਨਾ ਕੀਓ। ਕਹੇ ਜਦੋਂ ਭਜਨ ਬੰਦਗੀ ਕਰਨੀ ਸੀ ਨਵੇਂ ਪਾਸੇ, ਉਦੋਂ ਕੀਤੀ ਨਹੀਂ। ਕਿਉਂ ਨਹੀਂ ਕੀਤੀ? ਪਰ ਉਹ ਲੋਭ ਕੇ ਫੰਦ ਵੀ ਹੋਰ ਪੈਸਾ ਕਮਾ ਲਈਏ, ਹੋਰ ਕਮਾ ਲਈਏ, ਆਸਟ੍ਰੇਲੀਆ ਜਾ ਕੇ ਕਮਾ ਲਈਏ, ਕੈਨੇਡਾ ਜਾ ਕੇ ਕਮਾ ਲਈਏ, ਅਮਰੀਕਾ ਜਾ ਕੇ ਕਮਾ ਲਈਏ, ਆਹ ਕਰਕੇ ਕਰ ਲਈਏ, ਠੱਗੀ ਕਰਕੇ, ਮਿਲਾਵਟ ਕਰਕੇ, ਚੋਰੀ ਕਰਕੇ, ਧੋਖਾਧੜੀ ਕਰਕੇ, ਰਿਸ਼ਵਤ ਲੈ ਕੇ ਪੈਸਾ ਇਕੱਠਾ ਕਰ ਲਈਏ। ਉਦੋਂ ਇਸ ਪਾਸੇ ਲੱਗਾ ਰਿਹਾ। ਕਰਨੋ ਹੁਤੋ, ਜਦੋਂ ਕਰਨਾ ਸੀ ਹੁਤੋ ਮੈਨੇ ਸੀ। ਕਰਨੋ ਹੁਤੋ, ਜਦੋਂ ਨਾਮ ਜਪਣ ਦਾ ਵੇਲਾ ਸੀ, ਨਾ ਕੀਓ। ਕਰਨੋ ਹੁਤੋ ਸੋ ਨਾ ਕੀਓ, ਜੋ ਕਰਨਾ ਸੀ ਉਹ ਕੀਤਾ ਨਹੀਂ। ਪਰ ਉਹ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ। ਰਮ ਹੁੰਦਾ ਬੀਤ ਗਿਆ, ਹੁਣ ਸਮਾਂ ਹੀ ਬੀਤ ਗਿਆ, ਹੁਣ ਭਜਨ ਬੰਦਗੀ ਹੁੰਦੀ ਨਹੀਂ। ਅਬ ਕਿਉਂ ਰੋਵਤ ਅੰਧ, ਹੇ ਮੂਰਖ ਹੁਣ ਕਿਉਂ ਰੋਣਾ? ਜਦੋਂ ਭਜਨ ਬੰਦਗੀ ਦਾ ਵੇਲਾ ਸੀ, ਜੋ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਜਦੋਂ ਨਾਮ ਜਪਣ ਦਾ, ਕਮਾਈ ਕਰਨ ਦਾ ਵੇਲਾ ਸੀ, ਉਦੋਂ ਤੂੰ ਸੰਸਾਰ 'ਚ ਹੀ ਲੱਗਾ ਰਿਹਾ। ਉਦੋਂ ਸੰਸਾਰ 'ਚ ਲੱਗਾ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਕਹਿੰਦੇ ਇਹ ਸਟਿਚ ਇਨ ਟਾਈਮ ਸੇਵਜ਼ 9। ਕਮੀਜ਼ ਉੱਧੜ ਗਿਆ, ਜੇ ਬੀਬੀ ਸਿਆਣੀ ਹੋਵੇ ਉਸੇ ਵੇਲੇ ਸਿਉਂ ਦਿੰਦੀ ਹੈ। ਜੇ ਨਾ ਥੋੜ੍ਹੀ ਲਾਪਰਵਾਹੀ ਕੀਤੀ, ਹੁਣ ਜਿਨ੍ਹਾਂ ਬੀਬੀਆਂ ਦੇ ਆਪਣੇ ਹੀ ਕਮੀਜ਼ ਉਧੜੇ ਨੇ, ਉਹਨੇ ਘਰ ਵਾਲੇ ਦੇ ਕੀ ਸਿਉਣੇ ਨੇ? ਆਹ ਸਾਸਾਂ ਹੀ ਕਈ ਬੀਬੀਆਂ ਮੈਂ ਦੇਖਿਆ, ਅੱਗੇ ਉਹ ਮੋੜਿਆ ਹੁੰਦਾ ਕੋਈ ਕਮੀਜ਼ ਥੋੜ੍ਹਾ ਹੇਠਾਂ, ਉਹੀ ਉਧੜਿਆ ਹੁੰਦਾ। ਮੈਂ ਨਾ ਧੋਣ ਵੇਲੇ ਵੇਖੀ ਹੀ ਨਹੀਂ, ਨਾ ਕਮੀਜ਼ ਪਾਉਣ ਵੇਲੇ ਵੇਖਿਆ ਕਿ ਸਾਡਾ ਕਮੀਜ਼ ਉਧੜਿਆ ਹੋਇਆ ਹੈ। ਇੱਕ ਥੋੜ੍ਹਾ ਥਾਂ ਵੀ ਉਧੜ ਗਿਆ, ਉਸੇ ਵੇਲੇ ਉਹਨੂੰ ਸਿਉਂ ਲਓ। ਜੇ ਉਹਨੂੰ ਉਧੜਨ ਦਿੱਤਾ ਤਾਂ ਜਿੱਥੇ ਇੱਕ ਤੋਪਾ ਲੱਗਣਾ ਸੀ, ਕਹਿੰਦੇ ਫਿਰ ਹੁਣ 9 ਤੋਪੇ ਲੱਗਣਗੇ। ਅਸੀਂ ਵੇਲੇ ਸਿਰ ਨਹੀਂ ਕੰਮ ਕਰਦੇ। ਕੱਲ੍ਹ ਨੂੰ ਕਰਾਂਗੇ, ਪਰਸੋਂ ਨੂੰ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਪਰਸੋਂ ਨੂੰ ਕਰਾਂਗੇ, ਇਸ ਤਰ੍ਹਾਂ ਕਰਦੇ ਰਹਿੰਦੇ, ਇਸ ਤਰ੍ਹਾਂ ਕਰਦੇ ਰਹਿੰਦੇ।
ਸਾਡੇ ਕੋਲ ਸਮਾਂ ਹੈ, ਸਾਨੂੰ ਵਰਤਣਾ ਨਹੀਂ ਆਉਂਦਾ। ਸਾਡੇ ਕੋਲ ਧਨ ਹੈ, ਉਹ ਉਜਾੜਨਾ ਤੇ ਆਉਂਦਾ ਹੈ, ਉਹ ਖਰਚਣਾ ਤੇ ਆਉਂਦਾ ਹੈ, ਉਹ ਵਰਤਣਾ ਨਹੀਂ ਆਉਂਦਾ ਹੈ। ਧਨ ਵਰਤਣ ਨਾਲ ਕਦੇ ਵੀ ਨਹੀਂ ਮੁੱਕਦਾ, ਅਤੇ ਖਰਚਣ ਨਾਲ ਅਤੇ ਉਜਾੜਨ ਨਾਲ ਚਾਹੇ ਅਜੇ ਮੁਕਾ ਲਓ ਲੱਖਾਂ ਰੁਪਈਏ। ਧਨ ਖਰਚਣ ਲਈ ਨਹੀਂ, ਧਨ ਵਰਤਣ ਲਈ ਹੈ। ਥੋੜ੍ਹਾ ਸਮਝਣ 'ਤੇ ਦੇਰ ਲੱਗੇਗੀ, ਜਦੋਂ ਸਮਝ ਆ ਗਈ ਫਿਰ ਆਪਾਂ ਠੀਕ ਹੋ ਜਾਏ ਸਾਰਾ। ਨਹੀਂ ਤਾਂ ਕਈ ਇੱਕ ਮੈਨੂੰ ਪੁੱਛਦੇ ਜੀ ਇਹ ਫਰਕ ਕੀ ਹੈ? ਮੈਂ ਤੂੰ ਸੋਚ, ਰੱਬ ਨੇ ਤੈਨੂੰ ਦਿਮਾਗ ਦਿੱਤਾ ਹੋਇਆ ਵੀ ਖਰਚਣ ਅਤੇ ਵਰਤਣ 'ਚ ਕੀ ਫਰਕ ਹੈ? ਖਰਚ ਤਾਂ ਇੱਕ ਦਿਨ ਮੈਂ ਲੱਖ ਰੁਪਏ ਖਰਚ ਸਕਦਾ, ਇਸ ਕਿਹੜੀ ਗੱਲ ਹੈ ਜੀ? ਵਰਤਣ ਤਾਂ ਨਹੀਂ ਮੁੱਕਿਆ ਕਰਦਾ ਧਨ। ਧਨ ਨੂੰ ਵਰਤੋਂ ਹੋਣੀ ਚਾਹੀਦੀ। ਧਨ ਦੀ ਸਮੇਂ ਦੀ ਵਰਤੋਂ ਹੋਣੀ ਚਾਹੀਦੀ। ਸਮੇਂ ਦੀ ਕਿਵੇਂ ਵਰਤੋਂ ਕਰਨੀ ਹੈ, ਧਨ ਦੀ ਕਿਵੇਂ ਵਰਤੋਂ ਕਰਨੀ ਹੈ, ਜਿਹੜੀ ਸਿਹਤ ਮਿਲੇ ਦੀ ਕਿਵੇਂ ਵਰਤੋਂ ਕਰਨੀ ਹੈ, ਜਿਹੜਾ ਵਿਹਲਾ ਸਮਾਂ ਮਿਲੇ ਕਿਵੇਂ ਇਸ ਦੀ ਵਰਤੋਂ ਕਰਨੀ ਹੈ। ਨਹੀਂ ਤਾਂ ਫਿਰ ਗੁਰਬਾਣੀ ਤੋਂ ਸਿੱਖ ਲਿਆ ਕਰੋ। ਸਹੀ ਵਰਤੋਂ ਹੀ ਸੁੱਖ ਦਿੰਦੀ ਹੈ, ਕੁਵਰਤੋਂ ਹਮੇਸ਼ਾ ਦੁੱਖ ਦਿੰਦੀ ਹੈ। ਕਿਸੇ ਚੀਜ਼ ਦੀ ਤੁਸੀਂ ਕੁਵਰਤੋਂ ਕਰੋ। ਚਾਕੂ ਜਿਹੜਾ ਹੈ ਫਲ ਕੱਟਣ ਲਈ ਹੈ, ਸਬਜ਼ੀਆਂ ਕੱਟਣ ਲਈ ਹੈ, ਸਲਾਦ ਕੱਟਣ ਲਈ ਹੈ, ਪਰ ਚਾਕੂ ਨਾਲ ਢਿੱਡ ਵੀ ਪਾੜਿਆ ਜਾ ਸਕਦਾ ਹੈ। ਉਹ ਕੁਵਰਤੋਂ ਹੋ ਗਈ ਨਾ। ਕੁਵਰਤੋਂ ਸਾਨੂੰ ਆਉਂਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਧਨ ਦੀ ਕੁਵਰਤੋਂ, ਸਮੇਂ ਦੀ ਕੁਵਰਤੋਂ, ਤਾਕਤ ਦੀ ਕੁਵਰਤੋਂ, ਇਹ ਤਾਂ ਸਾਨੂੰ ਆਉਂਦੀ ਹੈ, ਸਵਰਤੋਂ ਨਹੀਂ ਆਉਂਦੀ ਹੈ। ਇਹੀ ਕਾਰਨ ਹੈ ਕਿ ਅਸੀਂ ਕੁਚੱਜੇ ਹਾਂ। ਸਾਡੀ ਜ਼ਿੰਦਗੀ ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਨੇ। ਸਮਾਜ ਵੱਲ ਨਿਗਾਹ ਮਾਰ ਕੇ ਵੇਖੋ, ਦੁੱਖ ਹੀ ਦੁੱਖ, ਦੁੱਖ ਹੀ ਦੁੱਖ ਫੈਲ ਗਏ ਹਨ। ਅਤੇ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਹਿੰਦੇ ਆਸ ਅਨਿਤ ਤਿਆਗੋ ਤਰੰਗ। ਅਨਿਤ ਹੁੰਦੇ ਨਾਸ਼ਵਾਨ। ਉਹ ਪਦਾਰਥ ਜੋ ਨਾਸ਼ਵਾਨ ਹਨ, ਉਹਨਾਂ ਦੀ ਇੱਛਾ, ਉਹਨਾਂ ਦੀ ਜਿਹੜੇ ਤਿਰੰਗਾ ਮਨ, ਜਿਹੜੇ ਫੁਰਨੇ ਉੱਠਦੇ ਨੇ, ਉਹਨਾਂ ਨੂੰ ਛੱਡੋ। ਸੰਤ ਜਨਾਂ ਕੀ ਧੂੜ ਮਨ ਮੰਗ। ਹੇ ਮਨਾ, ਤੂੰ ਸੰਤ ਜਨਾਂ ਦੀ ਚਰਨ ਧੂੜ ਮੰਗ ਪਰਮਾਤਮਾ ਦੀ। ਵੀ ਹੇ ਸੱਚੇ ਪਾਤਸ਼ਾਹ, ਮੈਨੂੰ ਸਾਧੂਆਂ ਦੀ, ਗੁਰੂ ਦੀ ਚਰਨ ਧੂੜ ਬਖਸ਼। ਭਾਵ ਹੈ ਨਿਮਰਤਾ ਸਹਿਤ ਉਹਨਾਂ ਦੀ ਸੰਗਤ ਕਰਾਂ। ਮੈਂ ਨਿਮਰਤਾ ਸਹਿਤ ਉਹਨਾਂ ਦੀ ਸੰਗਤ ਕਰਾਂ। ਆਪ ਛੋੜ ਬੇਨਤੀ ਕਰੋ। ਆਪ ਪੱਪੇ ਨੂੰ ਘੜਾ ਰੱਖਿਆ, ਹਉਮੈ ਹੰਕਾਰ, ਆਪਣਾ ਆਪ, ਆਪਣੇ ਅੰਦਰੋਂ ਹੰਕਾਰ ਛੱਡੋ। ਆਪ ਛੋੜ ਬੇਨਤੀ ਕਰੋ। ਹੰਕਾਰ ਛੱਡ ਕੇ ਪਰਮਾਤਮਾ ਅੱਗੇ ਬੇਨਤੀ ਕਰੋ। ਹਉਮੈ ਨੂੰ ਤਿਆਗਣਾ ਜ਼ਰੂਰੀ ਹੈ, ਕਿਉਂਕਿ ਗੁਰਬਾਣੀ ਕਹਿੰਦੇ ਵੀ ਜਿਹੜਾ ਹਉਮੈ ਹੈ, ਇਹੀ ਪਰਮਾਤਮਾ 'ਤੇ ਸਾਡੇ ਵਿੱਚ ਵਿਥ ਪਾਉਂਦੀ ਹੈ। ਇਹਨੂੰ ਦੀਰਘ ਰੋਗ ਵੀ ਕਿਹਾ। ਹਉਮੈ ਦੀਰਘ ਰੋਗ ਹੈ। ਹਉਮੈ ਬਹੁਤ ਲੰਮਾ ਰੋਗ ਹੈ, ਪਰ ਦਾਰੂ ਪੀਸ ਮਾਹੀ। ਪਰ ਇਹਦੀ ਦਵਾਈ ਵੀ ਹੈ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਫਿਰ ਪਰਮਾਤਮਾ ਕਿਰਪਾ ਕਰਦੇ, ਫਿਰ ਮਨੁੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਅਤੇ ਆਪਣੇ ਅੰਦਰ ਹਉਮੈ ਖਤਮ ਕਰ ਲੈਂਦਾ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਹੁਣ ਪਰਮਾਤਮਾ 'ਚ ਹਉਮੈ ਨਹੀਂ ਹੈ ਨਾ। ਉਹ ਕੌੜਾ ਬੋਲਦਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਤਾਂ ਮਿੱਠ ਬੋਲਦਾ। ਕਦੇ ਹੁਣ ਸੰਭਲ ਥੱਕੀ ਜੀ, ਮੈਂ ਯਾਦ ਕਰਦੀ ਰਹੀ, ਕਰਦੀ ਰਹੀ, ਕਰਦੀ ਰਹੀ। ਕਦੇ ਪਰਮਾਤਮਾ ਨੇ ਕੌੜਾ ਬੋਲਿਆ ਹੋਵੇ? ਉਹ ਕਦੇ ਨਾ ਬੋਲੇ ਕੌੜਾ, ਉਹ ਤਾਂ ਬੋਲਦਾ ਹੀ ਕੌੜਾ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਅੰਦਰ ਕੁੜੱਤਣ ਖਤਮ ਹੋ ਜਾਏਗੀ। ਬੋਲ ਮਿੱਠੇ ਹੋ ਜਾਣਗੇ, ਮਿੱਠਾ ਬੋਲਣਾ ਸ਼ੁਰੂ ਕਰ ਦੇ, ਕਿਉਂਕਿ ਉਹ ਮਿੱਠ ਬੋਲੜਾ ਹੈ। ਜਦੋਂ ਅਸੀਂ ਉਹਦਾ ਨਾਮ ਜਪੀ ਗਏ, ਜਪੀ ਗਏ, ਜਪੀ ਗਏ, ਆਪਾਂ ਵੀ ਮਿੱਠ ਬੋਲੜੇ ਹੋ ਗਏ। ਉਹਦੇ ਵਾਲੇ ਗੁਣ ਪ੍ਰਵੇਸ਼ ਕਰਦੇ। ਬੜੀ ਹੀ ਜ਼ਬਰਦਸਤ ਕਾਢ ਹੈ ਨਾਮ ਦੀ। ਨਾਮ ਦੀ ਬੜੀ ਜ਼ਬਰਦਸਤ ਕਾਢ ਹੈ ਵੀ ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਪਹਿਲਾਂ ਪਰਮਾਤਮਾ ਦੇ ਗੁਣ ਤੁਹਾਡੇ 'ਚ ਪ੍ਰਵੇਸ਼ ਕਰਨਗੇ। ਇੱਕ ਦਿਨ ਤੁਸੀਂ ਪਰਮਾਤਮਾ ਵਰਗੇ ਹੋ ਜਾਓਗੇ, ਫਿਰ ਤੁਸੀਂ ਉਹਦੇ 'ਚ ਪ੍ਰਵੇਸ਼ ਕਰ ਜਾਓਗੇ। ਪਹਿਲਾਂ ਉਹਦੇ ਗੁਣ ਸਾਡੇ 'ਚ ਪ੍ਰਵੇਸ਼ ਕਰਨਗੇ, ਫਿਰ ਸਾਡੀ ਆਤਮਾ ਉਹਦੇ 'ਚ ਪ੍ਰਵੇਸ਼ ਕਰ ਜਾਏਗੀ। ਉਹਦੇ ਗੁਣ ਹੀ ਗਾਈ ਜਾਂਦੇ। ਆਪਣੀ ਆਤਮਾ ਦਾ ਉਹਦੇ 'ਚ ਪ੍ਰਵੇਸ਼ ਕਰਾਉਣਾ, ਇਹੀ ਤਾਂ ਜ਼ਿੰਦਗੀ ਦਾ ਉਦੇਸ਼ ਹੈ।
ਨਾਮ ਜਪੀ ਜੋ ਬਸ, ਵਾਹਿਗੁਰੂ 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 ਵਾਹਿਗੁਰੂ। ਉੜਦੇ ਬੈਠਦੇ ਤੁਰਦੇ ਫਿਰਦੇ ਜਿੰਨਾ ਵੀ ਸਮਾਂ ਮਿਲੇ ਇਹ ਯਾਦ ਰੱਖਣਾ। ਇਹ ਯਾਦ ਰੱਖੀ ਦੀ ਲਾਈਨ ਹੈ। ਮੈਂ ਕਿਤੇ ਲੇਟਿਆ, ਕਈ ਸਾਲਾਂ ਦੀ ਗੱਲ, ਮੈਨੂੰ ਲੇਟਿਆ, ਮੈਨੂੰ ਕਬੀਰ ਸਾਹਿਬ ਦੀ ਯਾਦ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ, ਉਹਦੀ ਬੈਠਾ ਹੋ ਗਿਆ ਮੈਂ, ਉਹਦੀ ਬੈਠਾ ਗਿਆ। ਓਹੋ ਤੂੰ ਲੇਟਿਆ ਹੋਇਆ, ਇੱਕ ਦਿਨ ਤੇ ਫਿਰ ਕਬਰ 'ਚ ਲੇਟਣਾ, ਬਹਿ ਜਾ, ਕਰ ਲੈ ਨਾਮ ਜਪ ਲੈ। ਜਦੋਂ ਰਾਤ ਨੂੰ ਜਾਗ ਆ ਜੇ ਉਹਦੀ ਉੱਠ ਕੇ ਨਹਾ ਲਓ ਬਸ। ਇਹਦਾ ਦੇਖੋ 2 ਵਜੇ ਨੇ 2:30 ਵਜੇ ਨਹੀਂ ਜਾਗ ਆ ਗਈ, ਚਲੋ ਜੀ ਉੱਠੋ, ਚਲੋ ਗੁਸਲ ਕਰਨਾ, ਨਹਾਓ ਧੋ, ਆਪਣਾ ਨਿਤਨੇਮ ਕਰੋ, ਭਜਨ ਬੰਦਗੀ ਕਰੋ। ਅਜੇ ਬਹੁਤ ਟਾਈਮ ਹੈ, ਨੀਂਦ ਆ ਰਹੀ, ਆਪਣਾ ਸੌਂ ਜਾਓ, ਅੱਧਾ ਘੰਟਾ ਸੌਂ ਕੇ ਫਿਰ ਫਰੈਸ਼ ਹੋ ਜਾਓਗੇ, ਫਿਰ ਆਪਣੀ ਡਿਊਟੀਆਂ 'ਤੇ ਚਲੇ ਜਾਓ। ਕੋਈ ਜ਼ਰੂਰੀ ਨਹੀਂ ਕਿ ਜਿੰਨੇ ਵਜੇ ਅਲਾਰਮ ਲੱਗੇ ਉਨੇ ਵਜੇ ਉੱਠ, ਜਦੋਂ ਜਾਗ ਆ ਗਈ ਉੱਠ ਖੜੋ। ਜਦੋਂ ਫਿਰ ਅਜੇ ਰਾਤ ਹੈ, ਨੀਂਦ ਆ ਗਈ, ਫਿਰ ਸੌਂ ਜਾਓ, ਫਿਰ ਉੱਠ ਖੜੋ, ਨਾਲੇ ਅੰਮ੍ਰਿਤ ਵੇਲਾ ਹੋਏਗਾ। ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ। ਪਹਿਲੇ ਪੈਰ ਤੁਸੀਂ ਭਜਨ ਬੰਦਗੀ ਕਰੋਗੇ 9 ਤੋਂ ਲੈ ਕੇ 12 ਵਜੇ ਤੱਕ, ਐਂ ਸਮਝੋ ਤੁਹਾਨੂੰ ਫੁੱਲ ਪ੍ਰਾਪਤ ਹੋਏ। ਫਲ ਪੀ ਪੱਛਾ ਰਾਤ, ਜੇ ਪਿਛਲੀ ਰਾਤ ਜਾਗੋਗੇ ਅੰਮ੍ਰਿਤ ਵੇਲੇ ਉਦੋਂ ਫਲ ਮਿਲੇਗਾ। ਪਹਿਲੀ ਰਾਤ ਨਾ ਸਿਮਰਨ ਕਰੋ ਤੁਹਾਨੂੰ ਫੁੱਲ ਮਿਲਣਗੇ, ਪਿਛਲੀ ਰਾਤ ਸਿਮਰਨ ਕਰੋ ਤੁਹਾਨੂੰ ਫਲ ਮਿਲੇਗਾ। ਹੁਣ ਤੁਹਾਡੀ ਮਰਜ਼ੀ ਹੈ, ਫੁੱਲ ਚਾਹੀਦੇ ਨੇ ਕਿ ਫਲ ਚਾਹੀਦੇ ਨੇ। ਕਈ ਸਾਨੂੰ ਤਾਂ ਦੋਨੇ ਚਾਹੀਦੇ, ਫੁੱਲ ਵੀ ਚਾਹੀਦੇ ਨੇ, ਹਾਰ ਹੂਰ ਪਾਉਣਾ ਹੈਗਾ, ਫਲ ਵੀ ਚਾਹੀਦੇ। ਰਾਤ ਨੂੰ ਸੌਣ ਵੇਲੇ ਵੀ ਭਜਨ ਬੰਦਗੀ ਕਰ ਲਓ, ਸਵੇਰੇ ਉੱਠ ਕੇ ਫਿਰ ਕਰ ਲਓ, ਚਲਾ ਕੇ ਕਰ ਲਓ, ਫੁੱਲ ਵੀ ਮਿਲ ਜਾਣਗੇ, ਫਲ ਵੀ ਮਿਲ ਜਾਣਗੇ। ਸੋ ਅਖੀਰ ਤੇ ਗੁਰੂ ਮਹਾਰਾਜ ਕਹਿੰਦੇ, ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ। ਇਸ ਸੰਸਾਰ ਨੂੰ ਅਗਨ ਸਾਗਰ ਕਿਹਾ ਹੈ। ਅਗਨੀ ਦਾ ਭਾਵ ਹੈ ਤ੍ਰਿਸ਼ਨਾਵਾਂ, ਤ੍ਰਿਸ਼ਨਾਵਾਂ ਨੂੰ ਅੱਗ ਕਿਹਾ ਗਿਆ। ਇਹ ਤ੍ਰਿਸ਼ਨਾਵਾਂ ਦਾ ਸਮੁੰਦਰ ਹੈ, ਇਹ ਅੱਗ ਦਾ ਸਮੁੰਦਰ ਹੈ। ਸਾਧ ਸੰਗ, ਸਾਧੂ ਦੀ ਸੰਗਤ 'ਚ ਆ ਕੇ, ਪਰ ਗੁਰੂ ਦੀ ਸੰਗਤ ਕਰਕੇ ਹੀ ਇਸ ਅਗਨੀ ਦੇ ਸਾਗਰ ਨੂੰ ਤਰਿਆ ਜਾ ਸਕਦਾ ਹੈ। ਇਹ ਜਿਹੜੇ ਤ੍ਰਿਸ਼ਨਾਵਾਂ ਰੂਪੀ ਅੱਗ ਹੈ, ਇਸ ਤੋਂ ਬਚਿਆ ਜਾ ਸਕਦਾ ਹੈ। ਹਰ ਤਨ ਕੇ ਪਰ ਲੇਹੋ ਭੰਡਾਰ, ਹਰ ਤਨ ਦੇ ਨਾਮ ਜਪੋ, ਇਹੀ ਹਰ ਤਨ, ਇਹਨੂੰ ਨਾਮ ਧਨ ਵੀ ਕਹਿੰਦੇ, ਹਰ ਤਨ ਵੀ ਕਹਿੰਦੇ। ਕਹਿੰਦੇ ਨਾਮ ਜਪ ਜਪ ਕੇ ਇਸ ਧਨ ਦੇ ਭੰਡਾਰੇ ਭਰ ਲਓ। ਇਹ ਕਦਾ ਨਹੀਂ ਵੀ ਇੱਕ ਕੁੱਜਾ ਭਰ ਲਿਆ ਜੀ, ਇੱਕ ਠੂਠਾ ਭਰ ਲਿਆ ਜੀ, ਨਹੀਂ, ਭੰਡਾਰੇ ਹੀ ਭਰ ਲਓ। ਜਪੀ ਜੋ ਨਾਮ, ਜਪੀ ਜੋ ਨਾਮ, ਇਹਨਾਂ ਧਨ ਕੇ ਭੰਡਾਰੇ ਭਰ ਜਾਣਗੇ। ਨਾਨਕ ਗੁਰ ਪੂਰੇ ਨਮਸਕਾਰ। ਸਾਡੀ ਤੇ ਪੂਰੇ ਗੁਰੂ ਨੂੰ ਨਮਸਕਾਰ ਹੈ ਕਿ ਜਿਸ ਨੇ ਕਿਰਪਾ ਕੀਤੀ, ਨਾਮ ਦੀ ਦਾਤ ਦਿੱਤੀ, ਸਾਨੂੰ ਨਾਮ ਜਪਣ ਲਈ ਕਿਹਾ ਅਤੇ ਅਸੀਂ ਫਿਰ ਨਾਮ ਜਪਿਆ ਅਤੇ ਨਾਮ ਧਨ ਦੇ ਭੰਡਾਰੇ ਭਰ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।